ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਲ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਘਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਮਤ ਸਦਨ ਕੋ ਮਿਤ ਹੈ ਕਦਨ। ਇੰਦ ਬਦਨ ਜਗ ਮਾਹੇ। ਬੰਦੋਂ ਪਾਦ ਅਰਬਿੰਦ ਤਿਹ। ਕਹਾਂ ਕਥਾ ਸੁਖਦਾਏ। ਸਮਤ ਸਦਨ ਕੋ ਮਤ ਹੈ ਕਦਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰੂ ਸਾਹਿਬ ਜੀ ਦੀ ਧੁਰ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਉਪਰੰਤ ਅਰਦਾਸ ਹੋਈ ਹੈ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ ਹਨ। ਉਸ ਤੋਂ ਉਪਰੰਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਆਪਾਂ ਕਥਾ ਹੈ ਉਹ ਲੜੀਵਾਰ ਰੂਪ ਵਿੱਚ ਹੀ ਪੜ੍ਹ ਸੁਣ ਰਹੇ ਹਾਂ। ਜੋ ਕਿ ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ।
ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਘਰ ਘਰ ਅੰਦਰ ਧਰਮਸਾਲ ਹੋਵੈ, ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਐਸੇ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੇ ਚਾਰ ਚੱਕ ਚਾਰੇ ਦਿਸ਼ਾਵਾਂ, ਉੱਤਰ ਪੂਰਬ ਪੱਛਮ ਦੱਖਣ, ਨੌ ਖੰਡ, ਸਾਰੀ ਪ੍ਰਿਥਵੀ 'ਤੇ ਆਤਮ ਮੰਡਲ ਤੱਕ ਸਤਿਨਾਮ ਦਾ ਉਪਦੇਸ਼ ਜਿਹੜਾ ਸਤਿਗੁਰ ਜੀ ਨੇ ਪ੍ਰਗਟ ਕੀਤਾ, ਸਭ ਨੂੰ ਦਿੱਤਾ। ਗੁਰੂ ਸਾਹਿਬ ਜੀ ਜਿਹੜੇ ਨੌ ਖੰਡ ਹੈ, ਧਰਤੀ ਦੇ 9 ਹਿੱਸੇ, ਜੰਬੂ ਦੀਪ ਦੇ ਜਿਹੜੇ 9 ਖੰਡ ਹੈ, ਉਹਨਾਂ ਵਿੱਚ ਵਿਚਰ ਰਹੇ ਹੈ। ਇਲਾਬਰਤਨਾਮੇ ਖੰਡ, ਹਰ ਵਰਖ ਖੰਡ, ਹਿਰਨ ਖੰਡ, ਕਿੰਪੁਰਖ ਖੰਡ, ਕੁਰੂ ਖੰਡ, ਇਹਨਾਂ 5 ਲੱਖ ਜਿਹੜੇ ਖੰਡਾਂ ਦੀ ਆਪਾਂ ਕਥਾ ਸਰਵਣ ਕਰ ਲਈ ਹੈ। ਇੱਥੇ ਸਤਿਗੁਰੂ ਜੀ ਗਏ, ਇੱਥੋਂ ਦੇ ਜਿਹੜੇ ਰਾਜੇ ਹੈ, ਹੋਰ ਜਿਹੜੇ ਆਮ ਪ੍ਰਜਾ, ਸਭ ਨੂੰ ਉਪਦੇਸ਼ ਕੀਤਾ, ਨਿਹਾਲ ਕੀਤਾ। ਸਤਿਨਾਮ ਦਾ ਚੱਕਰ ਫਿਰਾਇਆ ਗੁਰੂ ਸਾਹਿਬ ਜੀ ਨੇ। ਤੇ ਇਹ ਜਿਹੜਾ ਕੁਰੂ ਖੰਡ, ਜਿਹੜਾ ਚੀਨ ਮਚੀਨ ਦਾ ਇਲਾਕਾ, ਤਿੱਬਤ, ਇੱਥੋਂ ਦੇ ਲੋਕਾਂ ਦੀ ਜਿਹੜੀ ਉਲਟੀ ਰੀਤੀ ਸੀ ਵੀ ਜੇ ਕੋਈ ਜਨਮ ਲੈਂਦਾ ਤੇ ਉਹ ਉੱਚੀ ਉੱਚੀ ਰੋਂਦੇ ਪਿੱਟਦੇ ਇਕੱਠੇ ਹੋ ਕੇ। ਜੇ ਕੋਈ ਮਰ ਜਾਂਦਾ ਤੇ ਫਿਰ ਉਹ ਵਾਜੇ ਵਜਾਉਂਦੇ ਹੱਸਦੇ ਸਨ। ਇਹਨਾਂ ਨੂੰ ਵੀ ਗੁਰੂ ਸਾਹਿਬ ਜੀ ਨੇ ਮਹਾਨ ਉਪਦੇਸ਼ ਦ੍ਰਿੜ ਕਰਾਇਆ ਵੀ ਵੇਖੋ, ਇਹ ਜਿਹੜਾ ਸਰੀਰ ਹੈ, ਇਹਦੇ ਜੰਮਣ ਨਾਲ ਕੋਈ ਵਿਛੜ ਨਹੀਂ ਜਾਂਦਾ ਉਸ ਪਰਮੇਸ਼ਰ ਤੋਂ, ਤੇ ਮਰਨ ਨਾਲ ਕੋਈ ਮਿਲ ਨਹੀਂ ਜਾਂਦਾ। ਜੰਮਣਾ ਮਰਨਾ ਤੇ ਸਰੀਰ ਦਾ ਧਰਮ ਹੈ, ਤੇ ਜਿਹੜੀ ਆਤਮਾ ਹੈ, ਪਰਮਾਤਮਾ ਦਾ ਰੂਪ, ਉਹ ਸਾਰੇ ਥਾਂ ਵਿਆਪਕ ਹੈ। ਜਿਹਨੇ ਉਸ ਦਾ ਅਭਿਆਸ ਕੀਤਾ, ਉਸ ਨੂੰ ਜਾਣਿਆ, ਤੇ ਉਹ ਤੇ ਸਦਾ ਹੀ ਇੱਕਮਿਕ ਹੋਏ ਰਹਿੰਦੇ ਹੈ। ਗਿਆਨੀ ਪੁਰਸ਼ ਜਿਹੜੇ ਵਾਹਿਗੁਰੂ ਵਿੱਚ ਇੱਕਮਿਕ ਹੋਏ ਹੈ, ਉਹ ਸਰੀਰ ਦੇ ਆਉਣ ਜਾਣ ਨੂੰ ਕੁਝ ਨਹੀਂ ਸਮਝਦੇ। ਤੁਹਾਡਾ ਜਿਹੜਾ ਕਹਿਣਾ ਖੂਣਾ ਹੈ ਵੀ ਜੰਮਣ ਤੇ ਵਿਛੜ ਗਿਆ ਹੈ, ਮਰਨ ਤੇ ਮਿਲ ਗਿਆ ਹੈ, ਇਹ ਤੇ ਸਭ ਵਿਅਰਥ ਹੈ। ਐਸੇ ਗੁਰੂ ਜੀ ਦੇ ਗਿਆਨ ਦੇ ਉਪਦੇਸ਼ ਬਚਨ ਸੁਣ ਕੇ ਇਹ ਤਿੱਬਤੀ ਲੋਕ ਸਾਰੇ ਗੁਰੂ ਸਾਹਿਬ ਜੀ ਦੇ ਚਰਨੀ ਡਿੱਗੇ। ਕਹਿਣ ਲੱਗੇ ਵੀ ਤੁਸੀਂ ਸਾਡੇ ਗੁਰੂ ਹੋ, ਜੋ ਆਪਣਾ ਉਪਦੇਸ਼ ਹੈ ਉਹ ਸਾਨੂੰ ਬਖਸ਼ੋ ਜੀ। ਫਿਰ ਗੁਰੂ ਸਾਹਿਬ ਜੀ ਨੇ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਇਹਨਾਂ ਨੂੰ ਦਿੱਤਾ। ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਸੰਤਾਂ ਭਗਤਾਂ ਦੀ ਟਹਿਲ ਕਮਾਈ ਕਰਨੀ, ਇਹ ਸਾਰੇ ਉਪਦੇਸ਼ ਕੀਤੇ। ਕੁਝ ਸਮਾਂ ਰਹੇ, ਫਿਰ ਉੱਥੋਂ ਜਿਵੇਂ ਅੱਗੇ ਵਿਦਾ ਹੋ ਕੇ ਦੂਸਰੇ ਖੰਡ ਵਿੱਚ ਮਹਾਰਾਜ ਚਲੇ ਗਏ। ਉਹ ਪ੍ਰਸੰਗ ਕਥਾ ਦੇ ਅੱਜ ਆ ਰਹੇ ਹੈ। ਜਿਵੇਂ ਵੀ ਕਥਾ ਵਿਚਾਰ ਅੱਜ ਦੇ ਪ੍ਰਸੰਗਾਂ ਵਿੱਚ ਆ ਰਹੀ ਹੈ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਮਤ ਸਦਨ ਕੁਮਿਤ ਹੈ ਕਦਨਾ। ਸੁਮਤ ਸਦਨ ਕੁਮਤ ਹੈ ਕਦਨ, ਕੁਮਿਤ ਹੈ ਨਹੀਂ ਕੁਮਤ ਹੈ। ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਪ੍ਰਸੰਗ ਦੀ ਆਰੰਭਤਾ ਤੋਂ ਪਹਿਲਾਂ ਜੋ ਕਵਿਤਾ ਦੀ ਦਾਤੀ ਹੈ, ਸ਼ਕਤੀ ਹੈ,
ਉਸ ਦਾ ਮੰਗਲ ਕਰਦੇ ਹੈ। ਕਿ ਜੋ ਕਵਿਤਾ ਦੀ ਦਾਤੀ ਹੈ, ਕਵਿਤਾ ਦੀ ਸ਼ਕਤੀ ਹੈ, ਉਹ ਸ੍ਰੇਸ਼ਟ ਮਤ ਵਾਲੀ ਹੈ, ਸ੍ਰੇਸ਼ਟ ਮਤ ਦਾ ਘਰ ਹੈ। ਖੋਟੀ ਮਤ ਨੂੰ ਕੱਟ ਦੇਣ ਵਾਲੀ ਹੈ, ਦੂਰ ਕਰ ਦੇਣ ਵਾਲੀ ਹੈ। ਇੰਦ ਬਦਨਾ ਜਗ ਮਾਹੇ, ਸੰਸਾਰ ਵਿੱਚ ਜਿਸ ਦਾ ਮੁਖ ਚੰਦਰਮਾ ਵਾਂਗ ਪ੍ਰਕਾਸ਼ ਦਾ ਹੈ। ਬੰਦੋ ਪਾਦ ਅਰਬਿੰਦ ਤਿਹ, ਸੰਸਾਰ ਵਿੱਚ ਜਿਸ ਦਾ ਮੁਖ ਚੰਦਰਮਾ ਵਾਂਗ ਪ੍ਰਕਾਸ਼ ਦਾ ਹੈ, ਬੜੇ ਸੁੰਦਰ ਮੁਖ ਵਾਲੀ ਹੈ। ਐਸੀ ਜਿਹੜੀ ਕਵਿਤਾ ਦੀ ਦਾਤੀ ਸ਼ਕਤੀ ਹੈ, ਉਸ ਨੂੰ ਮੈਂ ਕਵੀ ਨਮਸਕਾਰ ਕਰਦਾ ਹਾਂ ਚਰਨ ਕਮਲਾਂ ਉੱਪਰ। ਕਹਾਂ ਕਥਾ ਸੁਖਦਾਏ, ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸੁਖ ਦੇਣ ਵਾਲੀ ਕਥਾ ਹੈ, ਉਹ ਅੱਗੋਂ ਮੈਂ ਕਥਾ ਕਹਿੰਦਾ ਹਾਂ। ਇਹ ਜੋ ਕਵੀਆਂ ਦੀ ਮਰਿਆਦਾ ਦਾ ਮੰਗਲ ਹੈ, ਉਹ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ। ਜਿਹੜੇ ਗੁਰਮਤਿ ਦੇ ਧਾਰਨੀ ਹੈ, ਗੁਰਮੁਖ ਜਨ, ਗੁਰੂ ਕੇ ਸਿੱਖ, ਉਹ ਇਸੇ ਦਾ ਹੀ ਮੰਗਲ ਜਿਹੜਾ ਹੈ ਗੁਰਬਾਣੀ ਦਾ ਮਹਿਮਾ ਦਾ ਮੰਗਲ ਕਰ ਲੈਂਦੇ ਵੀ ਕਵੀ ਜੀ ਨੇ ਗੁਰਬਾਣੀ ਦੀ ਮਹਿਮਾ ਦਾ ਮੰਗਲ ਕੀਤਾ ਹੈ। ਇਸ ਤਰ੍ਹਾਂ ਕਹਿੰਦੇ ਹਨ। ਉਹ ਗੁਰਮੁਖ ਐਵੇਂ ਇਹਦਾ ਅਰਥ ਕਰਦੇ ਹੈ। ਸਮਤ ਸਦਨ ਕੁਮਤ ਹੈ ਕਦਨ, ਵੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਹੈ, ਤੁਰਕੀ ਬਾਣੀ, ਉਹ ਸ੍ਰੇਸ਼ਟ ਮਤ ਦਾ ਘਰ ਹੈ। ਜਿਹੜੀ ਆਤਮ ਵਿਸ਼ੈਣੀ ਬੁੱਧ ਹੈ, ਉਹਦਾ ਘਰ ਹੈ। ਵੀ ਜਿਹੜੀ ਗੁਰਬਾਣੀ ਹੈ, ਸਾਰੀ ਜਿਹੜੀ ਚੰਗੀ ਅਗਲ ਮੱਤ ਹੈ, ਸ੍ਰੇਸ਼ਟ ਮੱਤ ਹੈ, ਆਤਮ ਵਿਸ਼ੈਣੀ ਬੁੱਧੀ ਬਣਦੀ ਹੈ। ਗੁਰਬਾਣੀ ਦੇ ਪੜ੍ਹਿਆਂ ਹੀ ਬਣਦੀ ਹੈ, ਗੁਰਬਾਣੀ ਵਿੱਚੋਂ ਹੀ ਸ੍ਰੇਸ਼ਟ ਮੱਤ ਨਿਕਲਦੀ ਹੈ। ਐਸੀ ਜੋ ਗੁਰਬਾਣੀ ਹੈ, ਸ੍ਰੇਸ਼ਟ ਮੱਤ ਆਤਮ ਵਿਸ਼ੈਣੀ ਬੁੱਧ ਦਾ ਘਰ ਹੈ। ਖੋਟੀ ਮੱਤ ਨੂੰ ਕੱਟ ਦੇਣ ਵਾਲੀ ਹੈ, ਦੂਰ ਕਰ ਦੇਣ ਵਾਲੀ ਹੈ। ਇੰਦ ਬਦਨ ਜਗ ਮਾਹੇ, ਸੰਸਾਰ ਵਿੱਚ ਜਗ ਕਈ ਜਿੰਨੇ ਜੀਵ ਹੈ, ਉਹਨਾਂ ਜੀਵਾਂ ਦਾ ਜਿਹੜਾ ਰਿਦਾ ਰੂਪ ਮੁਖ ਹੈ, ਉਸ ਮੁਖ ਰਿਦਾ ਰੂਪ ਮੁਖ ਦੇ ਵਿੱਚ ਵੈਰਾਗ ਰੂਪੀ ਜਿਹੜਾ ਚੰਦਰਮਾ ਹੈ, ਉਸ ਦਾ ਪ੍ਰਕਾਸ਼ ਕਰ ਦੇਣ ਵਾਲੀ ਹੈ। ਵੈਰਾਗ ਰੂਪੀ ਚੰਦਰਮਾ ਨੂੰ ਚੜਾ ਦੇਣ ਵਾਲੀ ਹੈ। ਬੰਦੋ ਪਦ ਅਰਬਿੰਦ ਤਿਹ, ਐਸੀ ਗੁਰਬਾਣੀ ਦੇ ਸ਼ਬਦਾਂ ਰੂਪੀ ਚਰਨ ਕਮਲਾਂ ਉੱਪਰ ਮੈਂ ਕਵੀ ਨਮਸਕਾਰ ਕਰਦਾ ਹਾਂ। ਕਹਾਂ ਕਥਾ ਸੁਖਦਾਏ, ਸੁਖ ਦੇਣ ਵਾਲੀ ਜਿਹੜੀ ਗੁਰਬਾਣੀ ਹੈ, ਉਸ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਸੁਖ ਦੇਣ ਵਾਲੇ ਜੋ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦੀ ਸੁਖ ਦੇਣ ਵਾਲੀ ਮੈਂ ਕਥਾ ਕਹਿੰਦਾ ਹਾਂ। ਸ੍ਰੀ ਬਾਲਾ ਸੰਦਰਵਾਚ ਚੌਪਈ, ਸੁਣੀਏ ਸ੍ਰੀ ਅੰਗਦ ਇਤਿਹਾਸਾ। ਭਾਈ ਬਾਲਾ ਜੀ ਕਹਿੰਦੇ ਹੈ, ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਇਤਿਹਾਸ ਸੁਣੀਏ ਪ੍ਰੇਮ ਨਾਲ। ਵਿਦਾ ਹੋਏ ਗਮਨੇ ਸੁਖ ਰਾਸਾ, ਸੁੱਖਾਂ ਦੇ ਖਜ਼ਾਨਾ ਰੂਪ ਸੁੱਖਾਂ ਦੀ ਰਾਸ ਗੁਰੂ ਨਾਨਕ ਸਾਹਿਬ ਜੀ, ਇਵੇਂ ਉਹ ਤਿੱਬਤੀ ਲੋਕਾਂ ਨੂੰ, ਉੱਥੋਂ ਦੇ ਲੋਕਾਂ ਨੂੰ ਗਿਆਨ ਦਾ ਉਪਦੇਸ਼ ਦੇ ਕੇ ਮਹਾਰਾਜ ਉੱਥੋਂ ਵਿਦਾ ਹੋ ਕੇ ਚੱਲ ਪਏ। ਕੇਤਮਾਲ ਜਹ ਖੰਡ ਸਹਾਵਾ, ਜਿੱਥੇ ਕੇਤਮਾਲ ਨਾਮ ਦਾ ਖੰਡ ਸੋਭਨੀਕ ਹੈ ਸੀ, ਆ ਬੰਗਾਲ ਕਲਕੱਤੇ ਦੇ ਵਿੱਚ ਮਹਾਰਾਜ ਚਲੇ ਗਏ। ਕਹਾਂ ਪਹੁੰਚੇ ਦੁਖ ਬਨ ਦਾਵਾ, ਜੋ ਦੁੱਖਾਂ ਦੇ ਬਨ ਨੂੰ ਦਾਵਾ ਅਗਣੀ ਵਾਂਗ ਗੁਰੂ ਨਾਨਕ ਸਾਹਿਬ ਜੀ ਕਲਕੱਤੇ ਸ਼ਹਿਰ ਵਿੱਚ ਜਾ ਪਹੁੰਚੇ। ਭੂਪ ਪ੍ਰਜਾ ਤਹ ਕੇ ਨਰ ਸਾਰੇ, ਉਹ ਬੰਗਾਲ ਵਿੱਚ ਕਲਕੱਤੇ ਦੇ ਉੱਥੋਂ ਦੇ ਸਾਰੇ ਪੁਰਸ਼ਾਂ ਦੇ ਸਮੇਤ ਜਿਹੜਾ ਉਹਨਾਂ ਦਾ ਰਾਜਾ ਸੀ, ਪੂਜਹ ਸ੍ਰੀ ਚੰਡੀ ਹਿਤ ਧਾਰੇ, ਰਾਜੇ ਦੇ ਸਮੇਤ ਇੱਥੋਂ ਦੇ ਸਾਰੇ ਲੋਕ ਹੀ ਜਿਹੜੀ ਚੰਡੀ ਕਹੀਏ ਕਾਲੀ ਹੈ,
ਕਾਲੀ ਦੇਵੀ ਜਿਹਨੂੰ ਕਾਲੀ ਮਾਤਾ ਕਹਿੰਦੇ ਕਲਕੱਤੇ ਵਿੱਚ, ਉਹਨੂੰ ਬੜਾ ਪ੍ਰੇਮ ਧਾਰ ਕੇ ਪੂਜਦੇ ਸਨ। ਮੇਲਾ ਹੁਤੋ ਵਿਸਾਲ ਸੋ ਤਹਿਵਾਰ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਕਲਕੱਤੇ ਗਏ ਹੈ, ਉਸੇ ਸਮੇਂ ਇਹ ਕਾਲੀ ਦਾ ਬਹੁਤ ਤਗੜਾ ਮੇਲਾ ਲੱਗਾ ਹੋਇਆ ਸੀ। ਭਵਨ ਕਾਲ ਕਾ ਰਾਜਤ ਜਹਵਾ। ਜਿੱਥੇ ਕਾਲੀ ਦੇਵੀ ਦਾ ਜਿਹੜਾ ਭਵਨ ਕਹੀਏ ਮੰਦਰ ਬੜਾ ਵਿਰਾਜ ਰਿਹਾ ਸੀ, ਸੋਭਨੀਕ ਹੋ ਰਿਹਾ ਸੀ ਕਾਲੀ ਘਾਟ ਮੰਦਰ। ਤੈਸੇ ਸ੍ਰੀ ਗੁਰ ਮਾਰਗ ਮਾਹੀ। ਉਹ ਕਾਲੀ ਘਾਟ ਮੰਦਰ ਦੇ ਰਸਤੇ ਵਿਚਕਾਰ ਹੀ ਗੁਰੂ ਸਾਹਿਬ ਜੀ ਜਾ ਬੈਠੇ। ਨਰ ਅਨੇਕ ਆਵਹਿ ਇਕ ਜਾਹੀ। ਅਨੇਕਾਂ ਹੀ ਲੋਕ ਜਿਹੜੇ ਹੈ ਕਾਲੀ ਦੇ ਮੰਦਰ ਤੇ ਆ ਰਹੇ ਤੇ ਇੱਕ ਮੱਥੇ ਟੇਕ ਕੇ ਜਾ ਰਹੇ ਹਨ। ਲੇਲੇ ਬਲ ਪਛ ਭੇਟ ਚੜਾਵਹਿ। ਤੇ ਜਿਹੜੇ ਕਾਲੀ ਨੂੰ ਮੰਨਣ ਵਾਲੇ ਉਹ ਬੱਕਰੀਆਂ ਦੇ ਜਿਹੜੇ ਬੱਚੇ ਲੇਲੇ ਹੈ, ਹੋਰ ਪਸ਼ੂਆਂ ਦੀਆਂ ਬੜੀਆਂ ਬਲੀਆਂ ਦੇ ਕੇ ਭੇਟਾ ਚੜਾਉਂਦੇ ਹਨ। ਬਰ ਪਾਵਹਿ ਨਿਜ ਸੀਸ ਝੁਕਾਵਹਿ। ਆਪਣੇ ਸੀਸ ਝੁਕਾ ਕੇ ਦੇ ਮਨ ਭਾਉਂਦੇ ਬਰ ਪਾਉਂਦੇ ਸਨ। ਜਬ ਹੈ ਨ੍ਰਿਪਤ ਲੈ ਆਇਓ ਟੋਲਾ। ਹੇ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਉੱਥੋਂ ਕਲਕੱਤੇ ਦਾ ਜਿਹੜਾ ਰਾਜਾ ਸੀ ਆਪਣਾ ਤਗੜਾ ਹੀ ਜਥਾ ਜਾ ਲੈ ਕੇ ਆ ਰਿਹਾ ਸੀ। ਹਮ ਹੈ ਬਿਲੋਕਤ ਮੁਖ ਤੇ ਬੋਲਾ। ਸਾਨੂੰ ਤਿੰਨਾਂ ਨੂੰ ਦੇਖਦਿਆਂ ਹੀ ਉਹ ਰਾਜਾ ਮੁਖ ਤੋਂ ਇਵੇਂ ਬੋਲਿਆ ਆਪਣੇ ਜਥੇ ਨੂੰ। ਅਪਰ ਦੇਸ਼ ਕੇ ਮਨੁਜ ਦਿਸਾਵਹਿ। ਕਹਿਣ ਲੱਗਾ ਵੀ ਦੇਖੋ ਆ ਜਿਹੜੇ ਤਿੰਨ ਬੈਠੇ ਹੋਏ ਮਨੁੱਖ, ਇਹ ਤੇ ਸਾਡੇ ਇਲਾਕੇ ਤੋਂ ਬਾਰੀ ਜਿਹੜੇ ਹੋਰ ਹੀ ਦਿਸਦੇ ਹਨ, ਵੱਖਰੇ ਜਿਹੇ ਦਿਸਣ ਵਿੱਚ ਆਉਂਦੇ ਐ। ਇੱਕ ਗਹਿ ਲੈ ਵਹਿ ਭੇਟ ਚੜਾਵਹਿ। ਮੇਰਾ ਤੇ ਐਵੇਂ ਖਿਆਲ ਵੀ ਆਪਾਂ ਇੱਕ ਜਾਣਾ ਜਿਹੜਾ ਇਹਨਾਂ ਤੋਂ ਫੜ ਲਈਏ ਇਹਨਾਂ ਵਿੱਚੋਂ ਤੇ ਉਹਨੂੰ ਆਪਾਂ ਕਾਲੀ ਦੀ ਭੇਟਾ ਚੜਾ ਦਈਏ, ਬਲੀ ਦੇ ਦਈਏ। ਸੁਣੀਏ ਸ੍ਰੀ ਅੰਗਦ ਕਹਿ ਬਾਲਾ। ਭਾਈ ਬਾਲਾ ਜੀ ਕਹਿਣ ਲੱਗੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਅੱਗੇ ਵੀ ਸੁਣੀਏ। ਮੁਝ ਕੋ ਗਹਿ ਲੀਨੋ ਤਿਹ ਕਾਲਾ। ਉਸ ਵੇਲੇ ਜਿਹੜਾ ਮੈਨੂੰ ਕਹੀਏ ਭਾਈ ਬਾਲੇ ਨੂੰ ਇਹ ਜਥੇ ਦੇ ਲੋਕਾਂ ਨੇ ਫੜ ਲਿਆ। ਦੋਹਰ ਖਾਏ ਬਜਾਵੈ ਢੋਲੂ। ਮੈਨੂੰ ਫੜ ਕਰਕੇ ਬੜੇ ਖੁਸ਼ ਹੋਏ ਐ ਤੇ ਢੋਲ ਢਮੱਕੇ ਵਜਾਉਂਦੇ ਐ ਖੁਸ਼ੀ ਨਾਲ। ਮੁਝ ਹੈ ਚਲਾਇਓ ਅਗਰਜ ਟੋਲੂ। ਰਾਜੇ ਦੇ ਜਿਹੜਾ ਟੋਲੂ ਕਹੀਏ ਜਥਾ ਹੈ, ਉਸ ਨੇ ਮੈਨੂੰ ਅੱਗੇ ਲਾ ਕੇ ਤੇ ਤੋਰ ਲਿਆ, ਚਲਾ ਲਿਆ ਵੀ ਚੱਲ ਅੱਗੇ ਅੱਗੇ ਲੱਗ। ਕਹਾ ਕੇ ਭੇਟ ਭਲੀ ਹਮ ਪਾਈ। ਰਾਜੇ ਨੂੰ ਕਹਿਣ ਲੱਗੇ ਵੀ ਰਾਜਾ ਆਦੇ ਕਾਲੀ ਦੇਵੀ ਨੂੰ ਬਲੀ ਦੇਣ ਵਾਸਤੇ ਆਪਾਂ ਚੰਗੀ ਜਿਹੜੀ ਭੇਟਾ ਪਾਈ ਐ। ਵੈ ਪਰਸਨ ਬਰ ਦੇ ਜਗ ਮਾਈ। ਜਗਤ ਦੀ ਮਾਈ ਮਾਤਾ ਕਾਲੀ ਦੇਵੀ ਪ੍ਰਸੰਨ ਹੋ ਕੇ ਸਾਨੂੰ ਵਰ ਦੇਵੇਗੀ ਹੁਣ। ਤਿਸ ਛਿਨ ਆਇਓ ਢਿਗ ਮਰਦਾਨਾ। ਗੁਰੂ ਅੰਗਦ ਦੇਵ ਸਾਹਿਬ ਜੀ ਉਸ ਸਮੇਂ ਜਦੋਂ ਮੈਨੂੰ ਉਹ ਰਾਜੇ ਦੇ ਟੋਲੇ ਨੇ ਫੜ ਲਿਆ ਤੇ ਭਾਈ ਮਰਦਾਨਾ ਜਿਹੜਾ ਮੇਰੇ ਕੋਲ ਆਇਆ। ਮੁਝ ਸੋ ਇਸ ਵਿਦ ਬਚਨ ਬਖਾਨਾ। ਤੇ ਮੈਨੂੰ ਉਹ ਆ ਕੇ ਭਾਈ ਮਰਦਾਨਾ ਇਸ ਤਰ੍ਹਾਂ ਬਚਨ ਕਹਿਣ ਲੱਗਾ। ਬਾਲੇ ਰਹਿਓ ਜੀਵਨਾ ਤੇਰਾ। ਐ ਵੀ ਬਾਲੇ ਸਾਡੇ ਸਾਥੀ ਤੇਰਾ ਤੇ ਜਿਹੜਾ ਨਾ ਜੀਣਾ ਸੰਸਾਰ ਤੇ ਉਹ ਰਹਿ ਗਿਆ ਹੁਣ। ਮ੍ਰਿਤੂ ਕਾਲ ਨਾ ਤੋ ਕੋ ਘੇਰਾ। ਮੌਤ ਜਿਹੜੀ ਹੈ ਮੌਤ ਦੇ ਸਮੇਂ ਨੇ ਤੈਨੂੰ ਆ ਘੇਰਾ ਪਾਇਆ ਹੈ। ਸਿਰ ਉਤਾਰ ਕਾ ਭੇਟ ਚੜਾਵਹਿ। ਲੈ ਵੀ ਭਾਈ ਬਾਲੇ ਤੇਰਾ ਸਿਰ ਧੜ ਤੋਂ ਲਾਹ ਕੇ ਇਹ ਤੈਨੂੰ ਕਾਲੀ ਦੇਵੀ ਦੀ ਭੇਟਾ ਚੜਾ ਦੇਣਗੇ। ਪੂਜ ਗੌਰ ਜਾ ਕੋ ਬਰ ਪਾਵਹਿ। ਉਹ ਕਾਲੀ ਦੇਵੀ ਨੂੰ ਪੂਜ ਕੇ
ਤੇ ਮਨ ਭਾਉਂਦਾ ਜਿਹੜਾ ਵਰ ਪਾ ਲੈਣਗੇ ਸਾਰੇ। ਮੈਂ ਬੋਲਿਓ ਤੈ ਝੂਠ ਉਚਾਰਾ। ਉਸ ਵੇਲੇ ਗੁਰੂ ਸਾਹਿਬ ਜੀ ਮੈਂ ਬੋਲਿਆ ਹੈ ਭਾਈ ਮਰਦਾਨਾ ਤੂੰ ਜੋ ਵੀ ਕਿਹਾ ਝੂਠ ਕਿਹਾ ਹੈ। ਮਰਨ ਜੀਣ ਤਨ ਕੋ ਵਿਵਹਾਰਾ। ਮਰਦਾਨਿਆ ਜਿਹੜਾ ਮਰਨਾ ਤੇ ਜੀਣਾ ਹੈ ਇਹ ਤੇ ਸਰੀਰ ਦਾ ਵਿਹਾਰ ਹੈ। ਮਰਨਾ ਜੀਣਾ ਸਰੀਰ ਦਾ ਧਰਮ ਹੈ। ਪੰਜ ਤਤ ਮਿਲ ਸਿਰਜ ਸਰੀਰਾ। ਇਹ ਤੇ ਜਦੋਂ ਪੰਜ ਤੱਤ ਮਿਲ ਜਾਂਦੇ ਆ ਇਕੱਠੇ ਜੇ ਹੋ ਜਾਂਦੇ ਆ ਤੇ ਸਰੀਰ ਜਿਹੜਾ ਉਹ ਸਿਰਜ ਦਿੰਦੇ ਆ ਸਰੀਰ ਬਣ ਜਾਂਦਾ ਹੈ। ਬਿਨਸ ਜਾਤ ਜਬ ਹੋਤ ਬਖੀਰਾ। ਜਦੋਂ ਇਹ ਸਰੀਰ ਨਾਸ ਹੋ ਜਾਂਦਾ ਤੇ ਪੰਜੇ ਤੱਤ ਜਿਹੜੇ ਵੱਖੋ ਵੱਖ ਹੋ ਜਾਂਦੇ ਆ ਆਪੋ ਆਪਣੀ ਤੱਤਾਂ 'ਚ ਮਿਲ ਜਾਂਦੇ ਆ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਆਪੋ ਆਪਣੇ ਤੱਤਾਂ ਵਿੱਚ ਮਿਲ ਜਾਂਦੇ ਇਹ ਪੰਜ ਤੱਤ। ਆਤਮ ਵਿਖੈ ਨਾ ਜਨਮ ਨਾ ਮਰਨਾ। ਮਰਦਾਨਿਆ ਜਿਹੜਾ ਇਸ ਸਰੀਰ ਵਿੱਚ ਆਤਮਾ ਹੈ ਉਹ ਤੇ ਨਾ ਜੰਮਦਾ ਹੈ ਨਾ ਮਰਦਾ ਹੈ। ਜੰਮਣ ਮਰਨ ਵਿੱਚ ਨਹੀਂ ਹੈ ਆਤਮਾ। ਹਰਖ ਨਾ ਸੋਕ ਨਾ ਕਿਹ ਤੇ ਡਰਨਾ। ਉਸ ਆਤਮਾ ਨੂੰ ਪਦਾਰਥ ਆਏ ਤੇ ਕੋਈ ਖੁਸ਼ੀ ਨਹੀਂ ਹੈ, ਪਦਾਰਥ ਚਲੇ ਜਾਣ ਤੇ ਕੋਈ ਗਮੀ ਨਹੀਂ ਹੈ ਤੇ ਕਿਸੇ ਦਾ ਡਰ ਨਹੀਂ ਹੈ ਉਸ ਆਤਮਾ ਨੂੰ। ਮਾਰ ਨ ਸਕਹਿ ਤਾਹੇ ਕੋ। ਮਰਦਾਨਿਆ ਉਸ ਜਿਹੜਾ ਸਰੀਰ ਵਿੱਚ ਆਤਮਾ ਹੈ ਉਸ ਨੂੰ ਕੋਈ ਨਹੀਂ ਮਾਰ ਸਕਦਾ। ਸਤ ਚੇਤਨ ਨਿਤ ਆਨੰਦ ਜੋ। ਉਹ ਆਤਮਾ ਤੇ ਹਮੇਸ਼ਾ ਹੀ ਸਤ ਚੇਤਨ ਆਨੰਦ ਸਰੂਪ ਪਰਮਾਤਮਾ ਦਾ ਹੀ ਰੂਪ ਹੈ। ਪਰਮਾਤਮਾ ਪ੍ਰਾਤਮਾ ਪਾ ਬ੍ਰਹਮ ਕਾ ਰੂਪ। ਪਾਵਕ ਦਹਿ ਨਾ ਨੀਰ ਡੁੱਬੈ ਹੋਇ। ਇਹ ਜਿਹੜਾ ਆਤਮਾ ਹੈ ਨਾ ਉਸ ਨੂੰ ਤੇ ਨਾ ਅੱਗ ਸਾੜ ਸਕਦੀ ਹੈ ਨਾ ਪਾਣੀ ਡੁਬੋ ਸਕਦਾ ਹੈ। ਕੋਟ ਸ਼ਸਤਰ ਸੋ ਨਹੀਂ ਛਿਦਾ ਹੈ। ਜੇ ਕੋਈ ਕਰੋੜਾਂ ਸ਼ਸਤਰਾਂ ਨਾਲ ਨੂੰ ਕੱਟਿਆ ਚਾਹੇ ਵੀ ਕੱਟ ਦੇਵਾਂ ਕਰੋੜਾਂ ਸ਼ਸਤਰਾਂ ਨਾਲ ਵੀ ਉਹ ਆਤਮਾ ਕੱਟਿਆ ਚੀਰਿਆ ਨਹੀਂ ਜਾਂਦਾ। ਜੀਵਨ ਮਰਨਾ ਮਾਨਹਿ ਪ੍ਰਾਨੀ। ਇਹ ਤੇ ਜਿਹੜੇ ਪ੍ਰਾਣੀ ਆ ਜੰਮਣਾ ਮਰਨਾ ਸਮਝਦੇ ਆ ਜਾਣਦੇ ਆ। ਤਨ ਹੰਕਾਰ ਸੋ ਜੇ ਅਗਿਆਨੀ। ਜਿਹੜੇ ਅਗਿਆਨੀ ਨਾ ਸਰੀਰ ਦੇ ਹੰਕਾਰੀ ਸਰੀਰ ਦੀ ਹੰਗਤਾ ਵਾਲੇ ਉਹੀਓ ਪ੍ਰਾਣੀ ਇਹੋ ਹੀ ਜੰਮਣਾ ਮਰਨਾ ਮੰਨਦੇ ਆ ਵੀ ਹੁਣ ਮੈਂ ਮਰ ਜਾਵਾਂਗਾ, ਹੁਣ ਮੈਂ ਜੀ ਪਵਾਂਗਾ, ਰਹਿ ਜਾਵਾਂਗਾ। ਅੰਤ ਸਮਾਂ ਤਨ ਆਨ ਲਗਤ ਜਬ। ਮਰਦਾਨਿਆ ਜਦੋਂ ਅੰਤ ਦਾ ਸਮਾਂ ਇਸ ਸਰੀਰ ਨੂੰ ਆਉਣ ਲੱਗਦਾ ਹੈ ਭਾਵ ਜਦੋਂ ਅੰਤਲਾ ਸਮਾਂ ਆ ਜਾਂਦਾ ਹੈ ਕੋਈ ਉਪਾਏ ਨਾ ਰਾਖ ਸਕਤ ਤਬ। ਫਿਰ ਕੋਈ ਕਿੰਨੇ ਉਪਾਅ ਯਤਨ ਕਰੇ ਕੋਈ ਨਹੀਂ ਸਰੀਰ ਨੂੰ ਰੱਖ ਸਕਦਾ। ਭਾਵੇਂ ਡਾਕਟਰ ਆਉਣ ਵੈਦ ਆਉਣ ਭਾਵੇਂ ਸਰੀਰ ਨੂੰ ਕੋਈ ਸ਼ੀਸ਼ਿਆਂ ਵਿੱਚ ਬੰਦ ਕਰ ਕਰਕੇ ਰੱਖੇ ਰਜਾਈਆਂ ਦੱਸ ਦੇਵੇ ਪਿਛਲੇ ਕਮਰੇ 'ਚ ਵਾੜ ਦੇਵੇ ਕੋਈ ਨਹੀਂ ਇਹਨੂੰ ਬਚਾ ਸਕਦਾ। ਜੇ ਨਾ ਸਮਾਂ ਮ੍ਰਿਤ ਕੋ ਅਬ ਹੋਈ। ਜੇ ਹੁਣ ਸਮਾਂ ਮੇਰੀ ਮੌਤ ਦਾ ਨਾ ਹੋਇਆ। ਰੋਮ ਨਾ ਛੇਦ ਸਕੈ ਕਬ ਕੋਈ। ਤੂੰ ਕਹਿਣਾ ਵੀ ਇਹ ਤੈਨੂੰ ਹੁਣੇ ਕੱਟ ਦੇਣਗੇ ਸਿਰ ਬੜੀ ਚੜਾ ਦੇਣਗੇ। ਮਰਦਾਨਾ ਇਹ ਮੇਰਾ ਰੋਮ ਨਹੀਂ ਕੱਟ ਸਕਦੇ ਜੇ ਮੇਰੇ ਮੌਤ ਦਾ ਸਮਾਂ ਨਾ ਹੋਇਆ। ਦੇਸ਼ ਕਾਲ ਪੁਨ ਬਸਤ ਬਹੋਰੀ। ਕਿਉਂਕਿ ਜਿੰਨੇ ਮਰਨਾ ਹੁੰਦਾ ਹੈ ਉਹਦਾ ਦੇਸ਼ ਜੇ ਇਲਾਕਾ ਉਹ ਹੋਵੇ ਵੀ ਜਿਹਦੀ ਮੌਤ ਹੋਣੀ ਹੋਵੇ ਵੀ ਦੇਸ਼ ਜਿਸ ਇਲਾਕੇ ਵਿੱਚ ਉਹਨੇ ਮਰਨਾ ਹੈ ਫਿਰ ਜਿਸ ਸਮੇਂ ਮਰਨਾ ਹੈ ਤੇ ਪੁਨः ਕਿ ਜਿਸ ਵਸਤੂ ਨਾਲ ਮਰਨਾ ਵੀ ਕਿਸੇ ਸ਼ਸਤਰ ਨਾਲ ਜਾਂ ਬੁਖਾਰ ਕੋਈ ਰੋਗ ਨਾਲ ਮਰਨਾ ਹੈ। ਤੀਨੋਂ ਹੋਏ ਜਾਤ ਇੱਕ ਠੌਰੀ। ਜੇ ਇਹ ਦੇਸ਼ ਇਲਾਕਾ ਕਾਲ ਸਮਾਂ ਫਿਰ ਜਿਹਦੇ ਨਾਲ ਮੌਤ ਹੋਣੀ ਬੁਖਾਰ ਜਾਂ ਕਿਸੇ ਹਥਿਆਰ ਨਾਲ ਕਿਸੇ ਐਕਸੀਡੈਂਟ ਨਾਲ
ਇਹ ਤਿੰਨੇ ਚੀਜ਼ਾਂ ਜੇ ਇੱਕ ਥਾਂ ਇਕੱਠੀਆਂ ਹੋ ਜਾਣ ਤਬ ਇਹ ਦੇਹ ਬਿਨਸ ਕਰ ਜੋਈ। ਤਾਂ ਇਹ ਦੇਹ ਜਿਹੜੀ ਹੈ ਨਾਸ ਹੋ ਜਾਂਦੀ ਹੈ, ਫਿਰ ਇਹ ਖਤਮ ਹੋ ਜਾਂਦੀ ਜੇ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ। ਕੋਈ ਨਾ ਇਸ ਕੋ ਰਾਖ ਸਕਾਈ। ਫਿਰ ਤੇ ਕੋਈ ਇਸ ਨੂੰ ਰੱਖ ਨਹੀਂ ਸਕਦਾ, ਮਾਂ ਪਿਓ ਭੈਣ ਭਾਈ ਬੰਦ ਰਿਸ਼ਤੇਦਾਰ। ਏਕ ਨਾ ਤੀਨੋਂ ਮਹਿ ਜੇ ਮਿਲਤ ਹੈ। ਮਰਦਾਨਿਆ ਜੇ ਇਹਨਾਂ ਤਿੰਨਾਂ ਵਿੱਚੋਂ ਇੱਕ ਹੀ ਜੇ ਨਾ ਮਿਲੇ ਵੀ, ਸਮਾਂ ਵੀ ਹੋਵੇ ਵਸਤੂ ਵੀ ਹੋਵੇ ਪਰ ਇਲਾਕਾ ਨਾ ਹੋਵੇ, ਜਾਂ ਇਲਾਕਾ ਤੇ ਸਮਾਂ ਹੋਵੇ ਉਹ ਵਸਤੂ ਨਾ ਹੋਵੇ, ਇੱਕ ਵੀ ਜੇ ਤਿੰਨਾਂ ਵਿੱਚੋਂ ਕੋਈ ਚੀਜ਼ ਨਾ ਹੋਵੇ, ਤੋ ਤਨ ਰੱਖਿਆ ਕਾਲ ਕਰਤ ਹੈ। ਫਿਰ ਤੇ ਜਿਹੜਾ ਮੌਤ ਹੈ, ਕਾਲ ਹੈ, ਉਹ ਵੀ ਇਸ ਸਰੀਰ ਦੀ ਰੱਖਿਆ ਕਰਦਾ, ਉਹ ਵੀ ਨਹੀਂ ਇਸ ਨੂੰ ਮਰਨ ਦਿੰਦਾ। ਇਉ ਸੁਨ ਤੂਸ਼ਨ ਭਾ ਮਰਦਾਨਾ। ਗੁਰੂ ਅੰਗਦ ਦੇਵ ਸਾਹਿਬ ਜੀ ਇਉਂ ਸੁਣ ਕੇ ਭਾਈ ਮਰਦਾਨਾ ਦੇ ਚੁੱਪ ਹੋ ਗਿਆ। ਮੁਝ ਸੰਗ ਦੇਵੀ ਭਵਨ ਪਿਆਨਾ। ਮੇਰੇ ਨਾਲ ਹੀ ਉਹ ਦੇਵੀ ਦਾ ਮੰਦਰ ਜਿਹੜਾ ਕਾਲੀ ਘਾਟ ਹੈ, ਉਧਰ ਨੂੰ ਨਾਲ ਹੀ ਚੱਲ ਪਿਆ ਮਰਦਾਨਾ ਵੀ। ਸ੍ਰੀ ਗੁਰ ਆਪ ਤਹਾਂ ਚੱਲ ਆਏ। ਇੱਧਰ ਗੁਰੂ ਨਾਨਕ ਸਾਹਿਬ ਜੀ ਵੀ ਉੱਠ ਕਰਕੇ ਆਪ ਹੀ ਚੱਲ ਕੇ ਉੱਥੇ ਆ ਗਏ ਮਗਰ। ਦਿਖੈ ਤਮਾਸ਼ੋ ਕਛ ਨਾ ਅਲਾਏ। ਗੁਰੂ ਮਹਾਰਾਜ ਜੀ ਕੁਝ ਨਹੀਂ ਕਹਿ ਰਹੇ, ਤਮਾਸ਼ਾ ਦੇਖ ਰਹੇ ਆ ਵੀ ਕੀ ਕਰਦੇ ਭਾਈ ਬਾਲੇ ਮਰਦਾਨੇ ਦਾ ਇਹ। ਜਬ ਗੇ ਦੁਰਗਾ ਕੇਰ ਅਗਾਰੀ। ਗੁਰੂ ਸਾਹਿਬ ਜੀ ਜਦੋਂ ਹੀ ਉਹ ਕਾਲੀ ਦੇ ਦਰਬਾਰ ਮੰਦਰ ਦੇ ਅੱਗੇ ਚਲੇ ਗਏ, ਤਬ ਅਵਨੇਸਰ ਗਿਰਾ ਉਚਾਰੀ। ਉਸ ਵੇਲੇ ਜਿਹੜਾ ਕਲਕੱਤੇ ਦਾ ਰਾਜਾ ਸੀ, ਉਹਨੇ ਆ ਸਾਰੇ ਜਥੇ ਨੂੰ ਕਿਹਾ, ਇਸ ਮਾਨਵ ਕੋ ਭੇਟ ਚੜੀ ਜਾ। ਕਹਿੰਦਾ ਵੀ ਆ ਜਿਹੜਾ ਮਨੁੱਖ ਫੜ ਕੇ ਲਿਆਂਦਾ ਆਪਾਂ, ਇਹਦੀ ਹੁਣ ਕਾਲੀ ਮਾਤਾ ਨੂੰ ਜਿਹੜੀ ਭੇਟਾ ਚੜਾ ਦਈਏ ਬਲੀ ਦੇ ਕੇ। ਵਰਦਾਨੀ ਸੋ ਪ੍ਰਸੰਨ ਕਰੀਜੈ। ਵਰਾਂ ਨੂੰ ਦੇਣ ਵਾਲੀ ਕਾਲੀ ਦੇਵੀ ਤੇ ਉਹਨੂੰ ਪ੍ਰਸੰਨ ਕਰ ਲਓ ਸਾਰੇ। ਧੀਰ ਭੂਰ ਭੀ ਭਵਨ ਅਗਾਰੀ। ਗੁਰੂ ਅੰਗਦ ਦੇਵ ਸਾਹਿਬ ਜੀ ਉਸ ਵੇਲੇ ਉਹ ਕਾਲੀ ਘਾਟ ਮੰਦਰ ਦੇ ਅੱਗੇ ਬਹੁਤੀ ਜਿਹੜੀ ਭੀੜ ਹੋਣ ਲੱਗੀ। ਕੌਤਕ ਅਵਲੋਕਤ ਨਰ ਨਾਰੀ। ਸਭ ਮਾਈ ਭਾਈ ਇਹ ਤਮਾਸ਼ਾ ਕੌਤਕ ਦੇਖ ਰਹੇ ਸਨ। ਖੈਂਚ ਲਈ ਇੱਕ ਮਨੁਜ ਕਿਰਪਾਨਾ। ਉਸ ਵੇਲੇ ਰਾਜੇ ਦੇ ਕਹਿਣ ਤੋਂ ਬਾਅਦ ਇੱਕ ਮਨੁੱਖ ਨੇ ਜਿਹੜੀ ਆਪਣੇ ਮਿਆਨ ਵਿੱਚੋਂ ਕਿਰਪਾਨ ਜਿਹੜੀ ਖਿੱਚ ਲਈ। ਚਮਕੀ ਦੇਖ ਡਰਿਓ ਮਰਦਾਨਾ। ਜਦੋਂ ਉਹ ਮਨੁੱਖ ਨੇ ਕਿਰਪਾਨ ਜੀ ਖਿੱਚੀ ਹੈ, ਕੱਢੀ ਹੈ, ਬੜੀ ਚਮਕੀ ਹੈ, ਉਸ ਕਿਰਪਾਨ ਨੂੰ ਦੇਖ ਕੇ ਮਰਦਾਨਾ ਜਿਹੜਾ ਡਰਿਆ ਹੈ, ਉਹ ਸੀਸ ਤੇ ਮੇਰਾ ਲਾਉਣਾ, ਬਲੀ ਮੇਰੀ ਦੇਣੀ ਹੈ। ਪਰ ਗੁਰੂ ਅੰਗਦ ਦੇਵ ਸਾਹਿਬ ਜੀ ਮਰਦਾਨਾ ਐਵੇਂ ਡਰ ਗਿਆ। ਸੰਗ ਰਹਿਣ ਵਾਰੋ ਪ੍ਰਭ ਤੇਰੇ। ਉਸ ਵੇਲੇ ਭਾਈ ਮਰਦਾਨਾ ਬੇਨਤੀ ਕਰਨ ਲੱਗਾ, ਏ ਗੁਰੂ ਨਾਨਕ ਸਾਹਿਬ ਜੀ, ਇਹ ਭਾਈ ਬਾਲਾ ਤੁਹਾਡੇ ਨਾਲ ਰਹਿਣ ਵਾਲਾ ਹੈ, ਤੁਹਾਡਾ ਸੇਵਕ। ਰੱਖਿਆ ਆਪ ਕਰੋ ਇਸ ਬੇਰੇ। ਇਸ ਸਮੇਂ ਇਹਦੀ ਬਲੀ ਦਿੱਤੀ ਜਾ ਰਹੀ ਹੈ, ਕਿਰਪਾ ਕਰਕੇ ਆਪ ਹੀ ਰੱਖਿਆ ਕਰੋ ਹੱਥ ਦੇ ਕੇ। ਦੇਹ ਸ਼ਨ ਕ੍ਰੋਧ ਕਾਲ ਕਾ ਕੜਕੀ। ਜਦੋਂ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਮਰਦਾਨੇ ਨੇ ਐਸੀ ਬੇਨਤੀ ਕੀਤੀ ਹੈ, ਉਸੇ ਸਮੇਂ ਜਿਹੜੀ ਕਾਲੀ ਮਾਤਾ ਹੈ ਬੜੀ ਕ੍ਰੋਧ ਨਾਲ ਕੜਕੀ ਹੈ। ਭੀਰ ਭੂਰ ਮੇਲੇ ਕੀ ਭੜਕੀ। ਉੱਥੇ ਜਿਹੜਾ ਮੇਲਾ ਲੱਗਾ ਹੋਇਆ ਸੀ ਤੇ ਉਹ ਮੇਲੇ ਦੀ ਜਿਹੜੀ ਭੀੜ ਬਹੁਤੀ ਬੜੀ ਭੜਕੀ, ਆਪੋ ਵਿੱਚ ਹੀ ਉਹਨਾਂ ਦੀ ਖੜਕ ਗਈ। ਪ੍ਰਗਟੀ ਚੰਡ ਪਰ ਚੰਡ ਪਿਆਨਾ। ਉਹ ਕਾਲੀ ਘਾਟ ਮੰਦਰ ਵਿੱਚੋਂ ਜਿਹੜੀ ਕਾਲੀ ਦੇਵੀ ਹੈ, ਬੜੇ ਤਿੱਖੇ ਤੇਜ ਪ੍ਰਤਾਪ ਵਾਲੀ ਭਿਆਨਕੀ ਪ੍ਰਗਟ ਹੋ ਗਈ। ਇਹ ਨਰ ਕਰ ਤੇ ਸ਼ੀਨ ਕਿਰਪਾਨਾ। ਜਿਹੜੇ ਮਨੁੱਖ ਨੇ ਆਪਣੇ ਹੱਥ ਵਿੱਚੋਂ
ਤਲਵਾਰ ਚਮਕਦੀ ਫੜੀ ਹੋਈ ਸੀ, ਉਹਦੇ ਹੱਥਾਂ ਵਿੱਚੋਂ ਕਿਰਪਾਨ ਖੋ ਕੇ ਹੁਤੋ ਨਰੇਸ਼ ਠਾਂਡ ਜਿਹ ਥਾਈ ਜਿਸ ਥਾਂ ਲੋਕਾਂ ਵਿੱਚ ਕਲਕੱਤੇ ਦਾ ਰਾਜਾ ਖੜਾ ਹੈ ਸੀ, ਜਾਏ ਤਾਹੇ ਕੇ ਕੰਠ ਲਗਾਈ ਕਾਲੀ ਦੇਵੀ ਨੇ ਜਾ ਕੇ ਉਹ ਕਲਕੱਤੇ ਦੇ ਰਾਜੇ ਦੇ ਗਲ ਨਾਲ ਲਾ ਦਿੱਤੀ, ਜਿਹੜੀ ਤਲਵਾਰ ਛੰਡ ਦਿੱਤੀ, ਮਾਰ ਦਿੱਤੀ ਗਲ ਉੱਪਰ। ਤਤ ਛਿਨ ਧਰ ਤੇ ਸਿਰ ਗਿਰ ਪਰਿਆ ਉਸੇ ਸਮੇਂ ਰਾਜੇ ਦਾ ਜਿਹੜਾ ਸਿਰ ਧਰਤੀ ਤੇ ਆਣ ਡਿੱਗਿਆ। ਜਨ ਸਾਖਾ ਤੇ ਫਲ ਕਿਨ ਹਰਿਆ ਮਾਨੋ ਕਿਸੇ ਨੇ ਟਾਹਣੀ ਦੇ ਲੱਗੇ ਹੋਏ ਫਲ ਨੂੰ ਡੰਡਾ ਮਾਰ ਕੇ ਧਰਤੀ ਤੇ ਸੁੱਟਿਆ ਹੋਵੇ, ਇਵੇਂ ਰਾਜੇ ਦਾ ਜਿਹੜਾ ਸਿਰ ਉਹ ਕੱਦੂ ਵਾਂਗ ਲਾ ਕੇ ਉਹ ਮਾਰਿਆ। ਸ਼ਰੌਨਤ ਚਲਿਓ ਗਿਰਿਓ ਨਿਰਪ ਧਰਨੀ ਰਾਜਾ ਜਿਹੜਾ ਧੌਣ ਕੱਟਣੇ ਕਰਕੇ ਸਿਰ ਲੱਥਣੇ ਕਰਕੇ ਧਰਤੀ ਤੇ ਡਿੱਗਿਆ ਤੇ ਖੂਨ ਚੱਲ ਪਿਆ, ਖੂਨ ਦੀਆਂ ਧਾਰਾਂ ਛੁੱਟ ਪਈਆਂ। ਭਾਗੇ ਲੋਕ ਪਿਖਤ ਅਸ ਕਰਨੀ ਐਸੀ ਉਹ ਕਾਲੀ ਦੇਵੀ ਦੀ ਕਰਨੀ ਜੀ ਕਰਤੱਵ ਜਿਹਾ ਦੇਖ ਕੇ ਜਿੰਨੇ ਹੀ ਉਹ ਆਏ ਸੀ ਮੇਲੇ ਵਿੱਚ ਭੱਜੇ ਵੀ ਕਿਤੇ ਸਾਡੇ ਨਾਲ ਨਾ ਐਵੇਂ ਹੋ ਜਾਏ। ਰਹਿਓ ਨਾ ਕੋ ਨਰ ਤਿਹ ਥਾਨਾ ਗੁਰੂ ਅੰਗਦ ਦੇਵ ਸਾਹਿਬ ਜੀ ਉਸ ਥਾਂ ਫਿਰ ਕੋਈ ਪੁਰਸ਼ ਨਹੀਂ ਰਹਿ ਗਿਆ, ਸਭ ਭੱਜ ਨੱਠ ਗਏ ਡਰਦੇ। ਤੀਨੋ ਮੈਂ ਸ੍ਰੀ ਗੁਰ ਮਰਦਾਨਾ ਬਸ ਅਸੀਂ ਤਿੰਨੇ ਰਹਿ ਗਏ, ਇੱਕ ਤੇ ਮੈਂ ਭਾਈ ਬਾਲਾ, ਦੂਸਰੇ ਗੁਰੂ ਨਾਨਕ ਸਾਹਿਬ ਜੀ ਦੇ ਭਾਈ ਮਰਦਾਨਾ, ਬਾਕੀ ਸਾਰੇ ਨੱਠ ਭੱਜ ਗਏ ਡਰਦੇ। ਤਿਹ ਛਿਨ ਸ੍ਰੀ ਚੰਡੀ ਕੇ ਸਾਥਾ ਉਸ ਵੇਲੇ ਉਹ ਕਾਲੀ ਦੇਵੀ ਦੇ ਨਾਲ ਵਚਨ ਭਨਿਓ ਇਸ ਬਿਦ ਜਗਨਾਥਾ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਦਾ ਬਚਨ ਕਿਹਾ। ਭੂਪਤ ਸੇਵਕ ਹੋਤੋ ਤੁਮਾਰਾ ਇਹ ਕਾਲੀ ਦੇਵੀ ਜਿਹੜਾ ਰਾਜਾ ਕਲਕੱਤੇ ਦਾ ਸੀ ਤੇ ਤੇਰਾ ਹੀ ਸੇਵਕ ਹੈ ਸੀ, ਬਾਲੇ ਕੋ ਬਚਾਏ ਸੋ ਮਾਰਾ ਤੇ ਤੂੰ ਇਹ ਜਿਹੜਾ ਬਾਲਾ ਇਹ ਸਾਡਾ ਸੇਵਕ ਹੈ, ਉਹ ਰਾਜਾ ਤੇਰਾ ਸੇਵਕ ਹੈ, ਤੂੰ ਸਾਡੇ ਸੇਵਕ ਨੂੰ ਬਚਾ ਲਿਆ ਤੇ ਆਪਣੇ ਸੇਵਕ ਨੂੰ ਮਾਰ ਲਿਆ ਹੈ। ਤਿੰਨ ਪ੍ਰਸੰਨ ਕੀ ਕੀਨੀ ਰੀਤਾ ਕਾਲੀ ਦੇਵੀ ਉਹ ਤੇਰੇ ਸੇਵਕ ਨੇ ਤੇ ਤੈਨੂੰ ਪ੍ਰਸੰਨ ਵਾਸਤੇ ਰੀਤੀ ਕੀਤੀ ਸੀ ਨਾ ਵੀ ਮਾਤਾ ਆਪਣੀ ਨੂੰ ਖੁਸ਼ ਕਰ ਲਵਾਂ। ਕ੍ਰੋਧ ਭਰੀ ਕਿਉਂ ਕੀ ਵਿਪਰੀਤਾ ਕਿਉਂ ਤੂੰ ਕ੍ਰੋਧ ਵਿੱਚ ਭਰੀ ਹੋਈ ਹੈ, ਕਿਉਂ ਉਲਟੀ ਰੀਤੀ ਕੀਤੀ ਹੈ, ਆਪਣਾ ਮਾਰ ਲਿਆ ਸਾਡਾ ਬਖਸ਼ ਦਿੱਤਾ ਹੈ। ਸਭ ਸ੍ਰੀ ਚੰਡੀ ਬਚਨ ਉਚਾਰੇ ਗੁਰੂ ਅੰਗਦ ਦੇਵ ਸਾਹਿਬ ਜੀ ਉਸ ਵੇਲੇ ਜਿਹੜੀ ਕਾਲੀ ਦੇਵੀ ਹੈ ਉਹਨੇ ਬਚਨ ਉਚਾਰੇ। ਸੋਨ ਸ੍ਰੀ ਨਾਨਕ ਸ਼ਰੋਨ ਮਝਾਰੇ ਇਹ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਆਪਣੇ ਕੰਨਾਂ ਵਿੱਚ ਧਿਆਨ ਨਾਲ ਬਚਨ ਸੁਣੋ। ਜੇ ਹਰ ਜਨ ਪਰਮੇਸ਼ਰ ਪਿਆਰੇ ਜਿਹੜੇ ਵਾਹਿਗੁਰੂ ਦੇ ਦਾਸ ਹੈ ਤੇ ਵਾਹਿਗੁਰੂ ਦੇ ਪਿਆਰੇ ਹੈ ਸੇਵਕ, ਰੱਖਿਆ ਕਰ ਹਾਂ ਸਾਂਝ ਸਕਾਰੇ ਮੈਂ ਉਹਨਾਂ ਰੱਬ ਦੇ ਦਾਸਾਂ ਪਿਆਰਿਆਂ ਨੂੰ ਕੀ ਮਾਰਨਾ, ਮੈਂ ਤੇ ਉਹਨਾਂ ਦੀ ਭਾਵੇਂ ਸ਼ਾਮ ਹੋਵੇ ਸਵੇਰ ਹੋਵੇ ਰੱਖਿਆ ਕਰਦੀਆਂ ਦਾਸੀ ਸੇਵਕਾਣੀ ਹੋ ਕੇ। ਜੇ ਮਤ ਮੰਦ ਤਿਨਹਾਂ ਦੁਖ ਦੇਹੀ ਜਿਹੜੇ ਭੈੜੀ ਮੱਤ ਵਾਲੇ ਖੋਟੀ ਮੱਤ ਵਾਲੇ ਉਹ ਰੱਬ ਦੇ ਸੇਵਕਾਂ ਦਾਸਾਂ ਨੂੰ ਦੁੱਖ ਦਿੰਦੇ ਆ, ਮਾਰਨਾ ਚਾਹੁੰਦੇ ਆ। ਤਿਹ ਮਾਰੋ ਮੇਰੀ ਮਤ ਇਹੀ ਮੇਰੀ ਤੇ ਅਕਲ ਮਤ ਇਹੀ ਹੈ ਕਿ ਮੈਂ ਉਹਨਾਂ ਨੂੰ ਮਾਰਦੀ ਆ ਜਿਹੜੇ ਪਰਮੇਸ਼ਰ ਦੇ ਪਿਆਰਿਆਂ ਨੂੰ ਦੁੱਖ ਦਿੰਦੇ ਮਾਰਦੇ ਐ। ਇਹ ਭੂਪਤ ਮਤ ਮੰਦ ਕਚਾਰੀ ਵੇਖੋ ਨਾ ਗੁਰੂ ਨਾਨਕ ਸਾਹਿਬ ਜੀ ਇਹ ਰਾਜਾ ਕਲਕੱਤੇ ਦਾ ਕਿੰਨੀ ਭੈੜੀ ਮੰਦੀ ਮੱਤ ਵਾਲਾ ਖੋਟੀ ਚਾਲ ਵਾਲਾ ਪਾਪੀ ਹੈ। ਮਾਰਨ ਆਨਿਓ ਸੰਤ ਅਗਾਰੀ ਜਿਹੜਾ ਵਾਹਿਗੁਰੂ ਦਾ ਸੰਤ ਹੈ ਸਾਧੂ ਹੈ ਉਸ ਨੂੰ ਮਾਰਨ ਵਾਸਤੇ ਮੇਰੇ ਅੱਗੇ ਲਿਆਣ ਆਣ ਖੜਾ ਕੀਤਾ ਇਸਨੇ। ਕਿਉ ਕ੍ਰੋਧ ਜਾਂ ਤੇ ਮੈਂ ਮਾਰਾ ਇਸੇ ਵਾਸਤੇ ਮੈਂ ਕ੍ਰੋਧ ਕੀਤਾ ਵੀ ਇਹ ਜਿਹੜਾ ਵਾਹਿਗੁਰੂ ਦਾ ਸੰਤ ਹੈ ਉਹਨੂੰ ਬਲੀ ਚੜਾਉਣ ਵਾਸਤੇ ਮੇਰੇ ਪਾਸ ਲਿਆਇਆ ਹੈ,
ਮੈਂ ਗੁੱਸਾ ਕੀਤਾ ਤੈਨੂੰ ਮਾਰਿਆ ਹੈ। ਮਰਤ ਸੰਤ ਕੋ ਤੁਰਤ ਉਬਾਰਾ। ਜਿਸ ਕਰਕੇ ਭਾਈ ਬਾਲਾ ਸੰਤ ਨੂੰ ਮਰਦੇ ਹੋਏ ਨੂੰ ਮੈਂ ਛੇਤੀ ਨਾਲ ਬਚਾਇਆ ਹੈ। ਅਸ ਕਹਿ ਲੋਪ ਭਈ ਤਬ ਦੇਵੀ। ਇਸ ਤਰ੍ਹਾਂ ਕਹਿ ਕਰਕੇ ਉਹ ਕਾਲੀ ਦੇਵੀ ਉਸੇ ਵੇਲੇ ਲੋਭ ਗੁਪਤ ਹੋ ਗਈ। ਜਗ ਮਾਤਾ ਈਸ਼ਵਰੀ ਅਭੇਵੀ। ਇਹ ਗੁਰੂ ਅੰਗਦ ਦੇਵ ਸਾਹਿਬ ਜੀ, ਜਿਸ ਨੂੰ ਕਲਕੱਤੇ ਦੇ ਲੋਕ ਜਗਤ ਦੀ ਮਾਤਾ ਤੇ ਭੇਦ ਤੋਂ ਰਹਿਤ ਈਸ਼ਵਰੀ ਕਹਿੰਦੇ ਹੈ। ਵੱਡਿਓ ਨਗਰ ਮਹਿ ਸ਼ੋਕ ਅਪਾਰੀ। ਜਦੋਂ ਰਾਜੇ ਦਾ ਸਿਰ ਵੱਢ ਦਿੱਤਾ, ਰਾਜਾ ਮਰ ਗਿਆ ਤੇ ਕਲਕੱਤੇ ਸ਼ਹਿਰ ਵਿੱਚ ਬੜਾ ਸੋਗ ਵੱਧ ਗਿਆ। ਠਾਰ ਠਾਰ ਰੋਵਹਿ ਨਰ ਨਾਰੀ। ਥਾਵਾਂ ਥਾਵਾਂ ਤੇ ਜਿਹੜੀਆਂ ਇਸਤਰੀਆਂ ਮਰਦ ਰੋਣ ਲੱਗੇ ਵੀ ਰਾਜਾ ਖਤਮ ਹੋ ਗਿਆ ਹੈ। ਕੀ ਵਿਚਾਰ ਜੇ ਹੁਤੇ ਸਿਆਣੇ। ਉਸ ਵੇਲੇ ਜਿਹੜੇ ਕਲਕੱਤੇ ਸ਼ਹਿਰ ਵਿੱਚ ਸਿਆਣੇ ਬਜ਼ੁਰਗ ਹੈ ਸੀ, ਉਹਨਾਂ ਨੇ ਵਿਚਾਰ ਕੀਤਾ। ਕਹੇ ਜੋ ਕਲਾਵਾਨ ਮਨ ਜਾਣੇ। ਮਨ ਵਿੱਚ ਉਹਨਾਂ ਜਾਣਿਆ ਸਮਝਿਆ ਵੀ ਆ ਜਿਹੜੇ 3 ਜਾਣੇ ਫੜੇ ਸੀ ਨਾ ਰਾਜੇ ਨੇ, ਉਹਨਾਂ ਵਿੱਚੋਂ ਜ਼ਰੂਰ ਕੋਈ ਨਾ ਕੋਈ ਸ਼ਕਤੀ ਵਾਲਾ ਹੈ। ਆਏ ਸਭ ਹੀ ਤਬ ਧਰ ਪਾਓ। ਉਸੇ ਵੇਲੇ ਉਹ ਸਿਆਣੇ ਇਕੱਠੇ ਹੋ ਕੇ ਆਪਣੇ ਹਿਰਦੇ ਵਿੱਚ ਬੜਾ ਪ੍ਰੇਮ ਸ਼ਰਧਾ ਧਾਰ ਕੇ ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ ਉੱਥੇ ਆ ਪਹੁੰਚੇ। ਸ੍ਰੀ ਗੁਰ ਕੋ ਲੱਖ ਲੀਨ ਪ੍ਰਭਾਉ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਤੇਜ ਪ੍ਰਤਾਪ ਉਹਨਾਂ ਜਾਣ ਲਿਆ ਸੀ। ਰਿਪ ਸਤ ਠੰਡ ਆਏ ਅਗਾਰੀ। ਇੰਨੇ ਨੂੰ ਜਿਹੜਾ ਰਾਜੇ ਦਾ ਪੁੱਤਰ ਹੈ ਉਹ ਵੀ ਗੁਰੂ ਸਾਹਿਬ ਜੀ ਅੱਗੇ ਆਣ ਖੜਾ ਹੋਇਆ। ਕਰ ਕਾ ਬੰਧਨ ਬਿਨਾ ਉਚਾਰੀ। ਗੁਰੂ ਮਹਾਰਾਜ ਜੀ ਨੇ ਮੱਥਾ ਟੇਕ ਕੇ ਤੇ ਬੇਨਤੀ ਕਰਨ ਲੱਗਾ। ਕਰਹੁ ਸ਼ਿਮਾ ਅਪਰਾਧ ਹਮਾਰਾ। ਮਹਾਰਾਜ, ਜਿਹੜਾ ਸਾਡੇ ਕੋ ਗੁਨਾਹ ਅਪਰਾਧ ਹੋ ਗਿਆ ਉਹਨੂੰ ਮਾਫ ਕਰੋ ਜੀ। ਹਮ ਨਹਿ ਜਾਣਿਓ ਭੇਦ ਤੁਮਾਰਾ। ਅਸੀਂ ਬੇਸਮਝਾਂ ਨੇ ਤੁਹਾਡਾ ਭੇਦ ਨਹੀਂ ਜਾਣਿਆ ਤੇ ਤੁਹਾਨੂੰ ਆ ਫੜਨ ਦੀ ਕੋਸ਼ਿਸ਼ ਕੀਤੀ ਵੀ ਚਲੋ ਬਲੀ ਦੇ ਕੇ ਜਗਤ ਦੀ ਮਾਤਾ ਕਾਲੀ ਮਾਤਾ ਦੀ ਜਿਹੜੀ ਖੁਸ਼ੀ ਲੈ ਲਈਏ। ਸਿੱਖ ਆਪਨੇ ਹਮ ਹੈ ਕਰੀਜਾ। ਕਿਰਪਾ ਕਰਕੇ ਸਾਨੂੰ ਆਪਣੇ ਸਿੱਖ ਸੇਵਕ ਕਰ ਲਓ ਜੀ। ਅਭੈ ਦਾਨ ਸਭ ਹਿਨ ਕੋ ਦੀਜਾ। ਆਪਣੇ ਸਿੱਖ ਕਰਕੇ ਸਾਨੂੰ ਸਾਰਿਆਂ ਨੂੰ ਹੀ ਜਿਹੜਾ ਨਿਰਭੈਤਾ ਦਾ ਦਾਨ ਦੇ ਦਈਏ ਜੀ। ਸੁਨਤ ਬਿਨਾ ਹੋਇ ਗਏ ਕਿਰਪਾਲਾ। ਗੁਰੂ ਅੰਗਦ ਦੇਵ ਸਾਹਿਬ ਜੀ ਇਹਨਾਂ ਸਾਰਿਆਂ ਦੀ ਰਾਜੇ ਦੇ ਪੁੱਤਰ ਸਮੇਤ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਕਿਰਪਾਲਤਾ ਵਿੱਚ ਹੋ ਗਏ। ਆਪਨ ਦਿਆ ਉਪਦੇਸ਼ ਵਿਸਾਲਾ। ਆਪਣਾ ਜਿਹੜਾ ਉਪਦੇਸ਼ ਹੈ ਮਹਾਨ ਉਹ ਇਹਨਾਂ ਸਾਰਿਆਂ ਨੂੰ ਫਿਰ ਦੇ ਦਿੱਤਾ ਗੁਰੂ ਸਾਹਿਬ ਨੇ। ਸਤ ਨਾਮ ਕੋ ਸਿਮਰਨ ਕਰਨਾ। ਐ ਵੀ ਸਾਰੇ ਜਾਣੇ ਸੁਣੋ, ਜਿਹੜਾ ਸਤਿਨਾਮ ਵਾਹਿਗੁਰੂ ਦਾ ਨਾਮ ਹੈ ਉਹ ਸਿਮਰਿਆ ਕਰੋ। ਸੰਤ ਸੇਵ ਮਹਿ ਹਿਤ ਉਰ ਧਰਨਾ। ਜਿੱਥੇ ਵੀ ਸਾਧੂ ਸੰਤ ਆ ਜਾਵੇ ਉਹ ਸਾਧੂ ਸੰਤ ਦੀ ਸੇਵਾ ਜਿਹੜੀ ਹੈ ਹਿਰਦੇ ਵਿੱਚ ਬੜਾ ਪ੍ਰੇਮ ਧਾਰ ਕੇ ਕਰੋ। ਭੂਪਤ ਦਾਹੋ ਬਾਹਰ ਕਰਵਾਇਓ। ਮਹਾਰਾਜ ਜੀ ਨੇ ਕਿਹਾ ਵੀ ਆ ਜਿਹੜਾ ਰਾਜਾ ਇਹ ਤੇ ਹੁਣ ਚੜ੍ਹਾਈ ਕਰ ਗਿਆ, ਜੀਣਾ ਤੇ ਕੋਈ ਹੈ ਨਹੀਂ ਹੈ ਤੇ ਇਹਦਾ ਤੁਸੀਂ ਸੰਸਕਾਰ ਕਰ ਦਿਓ। ਫਿਰ ਰਾਜੇ ਦਾ ਕਹਿ ਕਰਕੇ ਸੰਸਕਾਰ ਕਰਵਾਇਆ। ਸਿੰਘਾਸਨ ਨ੍ਰਿਪ ਸੁਤ ਬੈਠਾਇਓ। ਰਾਜੇ ਦਾ ਸੰਸਕਾਰ ਕਰਕੇ ਅੰਤਮ ਕਿਰਿਆ ਕਰਕੇ ਰਾਜ ਦੇ ਪੁੱਤਰ ਨੂੰ ਸਿੰਘਾਸਣ ਉੱਪਰ ਬਿਠਾਇਆ ਗੁਰੂ ਸਾਹਿਬ ਜੀ ਨੇ। ਦੋਹਰਾ ਨਾਮ ਧਰਮ ਜਸ ਰਾਖਿਓ। ਰਾਜੇ ਦੇ ਪੁੱਤਰ ਨੂੰ ਸਿੰਘਾਸਣ ਤੇ ਬਿਠਾ ਕੇ ਤੇ ਉਹਦਾ ਨਾਮ ਧਰਮ ਜਸ ਰੱਖਿਆ। ਫਿਰ ਰਾਜ ਤਿਲਕ ਕੋ ਦੇ। ਰਾਜ ਤਿਲਕ ਜੋ ਰਾਜ ਭਾਗ ਦਾ ਤਿਲਕ ਹੈ ਉਹ ਵੀ ਦੇ ਦਿੱਤਾ। ਸੁੰਦਰ ਧਰਮਸ਼ਾਲਾ ਰਚੀ। ਫਿਰ ਗੁਰੂ ਸਾਹਿਬ ਜੀ ਨੇ ਕਹਿ ਕਰਕੇ ਸੁੰਦਰ ਜਿਹੜੀ ਧਰਮ ਦੀ ਜਗ੍ਹਾ ਉਹ ਰਚੀ ਬਣਾਈ, ਜਿੱਥੇ ਹੁਣ ਬਹੁਤ ਸੰਗਤਾਂ ਦਰਸ਼ਨ ਕਰਦੀਆਂ ਉਸ ਸਥਾਨ ਤੇ। ਕੀਰਤ ਤਾਹਾਂ ਕਰੇ। ਵਾਹਿਗੁਰੂ ਦੀ ਜਿਹੜੀ ਕੀਰਤ ਹੈ, ਸਿਫਤ ਸਲਾਹ ਹੈ, ਸਾਰੇ ਰਲ ਮਿਲ ਕੇ ਕਰਨ ਲੱਗੇ। ਸਵਈਆ
ਮਨ ਨੀਵ ਸਦੀਵ ਰਖੋ। ਆਪਣਾ ਮਨ ਨੀਵ ਸਦੀਵ ਰੱਖੋ। ਆਪਣਾ ਧਰਮਸ਼ਾਲਾ ਦੀ ਜਗ੍ਹਾ ਬਣਾ ਕੇ ਮਹਾਰਾਜ ਕਹਿਣ ਲੱਗੇ ਵੀ ਵੇਖੋ ਇਹ ਜਿਹੜਾ ਮਨ ਹੈ ਨਾ ਆਪਣਾ, ਇਹਨੂੰ ਸਦਾ ਹੀ ਨੀਵਾਂ ਰੱਖਣਾ ਹੈ। ਸਤਿਨਾਮ ਨਿਰੰਤਰ ਹੀ ਲਿਵ ਲਾਭ ਹੋ। ਸੱਚੇ ਨਾਮ ਵਾਹਿਗੁਰੂ ਵਿੱਚ ਇੱਕ ਰਸ ਮਨ ਦੀ ਜਿਹੜੀ ਬਿਰਤੀ ਦੀ ਲਿਵ ਲਾਵਣੀ ਹੈ। ਇਸ਼ਨਾਨ ਤੇ ਦਾਨ ਕਰੋ ਸੁਖ ਪਾਵਹੋ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਭਜਨ ਬੰਦਗੀ ਕਰਨੀ ਹੈ, ਧਰਮ ਦੀ ਕਿਰਤ ਕਰਕੇ ਦਾਨ ਕਰਨਾ, ਫਿਰ ਤੁਸੀਂ ਸੁਖ ਪਾਓਗੇ। ਬੈ ਚਿਤ ਲਾਭੋ ਕੀਰਤ ਗਾਵਹੋ। ਚਿੱਤ ਲਾ ਕੇ ਵਾਹਿਗੁਰੂ ਦੀ ਜਿਹੜੀ ਕੀਰਤੀ ਸਿਫਤ ਸਲਾਹ ਹੈ ਤੇ ਉਹ ਕਰਨੀ ਹੈ। ਸਤ ਸੰਗਤ ਸੋ ਨਿਤ ਭਾਉ ਧਰੋ। ਜਿੱਥੇ ਵੀ ਸਤਿਪੁਰਸ਼ਾਂ ਦੀ ਸੰਗਤ ਹੁੰਦੀ ਹੈ, ਵਾਹਿਗੁਰੂ ਦੀ ਸੰਗਤ ਹੁੰਦੀ ਹੈ, ਉਹ ਸਤਸੰਗ ਵਿੱਚ ਹਮੇਸ਼ਾ ਹੀ ਬਹੁਤਾ ਹੀ ਪ੍ਰੇਮ ਧਾਰੋ। ਤਿਨ ਸੰਗਮ ਮੈਂ ਨਿਤ ਕਾਲ ਬਿਤਾਵਹੋ। ਜਿੱਥੇ ਵੀ ਸਤ ਸੰਗਤ ਹੁੰਦੀ ਹੈ ਉਹਦੇ ਸਤਸੰਗ ਦੇ ਸੰਗਮ ਸਮਾਗਮ ਇਕੱਠ ਵਿੱਚ ਆਪਣਾ ਹਮੇਸ਼ਾ ਬਹੁਤਾ ਹੀ ਸਮਾਂ ਲੰਘਾਓ, ਬਿਤਾਓ। ਤਬ ਹੋਏ ਸਿੱਖੀ ਗੁਰ ਕੀ ਸ਼ੁਭ ਪ੍ਰਾਪਤ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਜਿਹੜੀ ਗੁਰੂ ਕੀ ਸਿੱਖੀ ਹੈ ਚੰਗੀ, ਉਹ ਤੁਹਾਨੂੰ ਪ੍ਰਾਪਤ ਹੋ ਜਾਏਗੀ। ਜੇ ਸਭ ਬੈਨ ਸਦੀਵ ਕਮਾਵਹੋ। ਜੇ ਤੁਸੀਂ ਸਾਡੇ ਆ ਸਾਰੇ ਬਚਨ ਹੀ ਵੀ ਸਤ ਸੰਗਤ ਕਰੋਗੇ, ਅੰਮ੍ਰਿਤ ਦੇ ਵੇਲੇ ਇਸ਼ਨਾਨ ਕਰੋਗੇ, ਧਰਮ ਦੀ ਕਿਰਤ ਕਰਕੇ ਦਾਨ ਕਰੋਗੇ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰੋਗੇ, ਤੇ ਮਹਾਰਾਜ ਕਹਿੰਦੇ ਜੇ ਇਹਨਾਂ ਬਚਨਾਂ ਦੀ ਤੁਸੀਂ ਹਮੇਸ਼ਾ ਕਮਾਈ ਕਰੋਗੇ ਤੇ ਗੁਰੂ ਦੀ ਜਿਹੜੀ ਸਿੱਖੀ ਹੈ ਤੁਹਾਨੂੰ ਚੰਗੀ ਪ੍ਰਾਪਤ ਹੋ ਜਾਏਗੀਆਂ, ਪੱਕੇ ਹੋ ਜਾਓਗੇ। ਦੋਹਰਾ ਕਿਤਕ ਦਿਵਸ ਰਹਿ ਕਰ ਤਹਾ। ਕੁਝ ਕੁ ਦਿਨ ਮਹਾਰਾਜ ਇੱਥੇ ਕਲਕੱਤੇ ਵਿੱਚ ਹੀ ਰਹੇ ਐ। ਭਲ ਉਪਦੇਸ਼ ਦ੍ਰਿੜਾਏ। ਚੰਗੀ ਤਰ੍ਹਾਂ ਜਿਹੜਾ ਉਪਦੇਸ਼ ਉਹ ਵੀ ਪੱਕਿਆਂ ਕਰ ਦਿੱਤਾ ਵੀ ਇਹ ਉਪਦੇਸ਼ ਵਿੱਚ ਪੱਕਿਆਂ ਰਹਿਣਾ ਤੁਸੀਂ ਹਮੇਸ਼ਾ। ਵਿਦਾ ਹੋਏ ਗਮਨੇ ਪ੍ਰਭੂ। ਫਿਰ ਗੁਰੂ ਨਾਨਕ ਸਾਹਿਬ ਜੀ ਇਹ ਕਲਕੱਤੇ ਦੇ ਜਿਹੜਾ ਉਹਦਾ ਪੁੱਤਰ ਰਾਜਾ ਬਣਾਇਆ ਹੈ ਤੇ ਕਲਕੱਤੇ ਦੀ ਸੰਗਤ ਤੋਂ ਵਿਦਾ ਹੋ ਕੇ ਅੱਗੇ ਚਲੇ ਗਏ। ਥਾਨ ਥਾਨ ਸਤ ਪਾਏ। ਹੋਰ ਹੀ ਥਾਂ ਤੇ ਸੱਚਾ ਪ੍ਰੇਮ ਕਰਕੇ ਸਤ ਚੇਤਨ ਆਨੰਦ ਸਰੂਪ ਜੋ ਗੁਰੂ ਨਾਨਕ ਸਾਹਿਬ ਪ੍ਰਕਾਸ਼ ਰੂਪ ਹੈ, ਸੁੱਤੇ ਸੇਧੀ ਹੋਰ ਥਾਂ ਚਲੇ ਗਏ। ਚੌਪਈ ਪਹੁੰਚੇ ਰਮਕ ਖੰਡ ਬਸਾਈ। ਸੰਸਾਰ ਦੇ ਮਾਲਕ ਜਿਹੜਾ ਰਮਕ ਨਾਮ ਦਾ ਖੰਡ ਹੈ ਉੱਥੇ ਜਾ ਪਹੁੰਚੇ। ਪੁਰ ਸਮੀਪ ਬੈਸਤ ਭੇ ਜਾਈ। ਰਮਕ ਖੰਡ ਵਿੱਚ ਇੱਕ ਸ਼ਹਿਰ ਦੇ ਨੇੜੇ ਜੇ ਹੋ ਕੇ ਜਾ ਬੈਠੇ ਗੁਰੂ ਸਾਹਿਬ ਜੀ। ਕੇਤਕ ਮਨੁਜ ਤਹਾਂ ਚਲ ਆਏ। ਗੁਰੂ ਸਾਹਿਬ ਜੀ ਦਾ ਸਰੂਪ ਦੇਖ ਕੇ ਵੀ ਕੋਈ ਬਾਹਰੋਂ ਆਇਆ ਲੱਗਦਾ ਸੰਤ ਸਾਧ, ਤੇ ਕੁਝ ਕੁ ਮਨੁੱਖ ਉੱਥੇ ਚੱਲ ਕੇ ਆ ਗਏ। ਜਾਨ ਸੰਤ ਨਿਜ ਸੀਸ ਝੁਕਾਏ। ਗੁਰੂ ਸਾਹਿਬ ਜੀ ਨੂੰ ਮਹਾਤਮਾ ਸੰਤ ਸਾਧੂ ਜਾਣ ਕੇ ਤੇ ਇਹਨਾਂ ਸੀਸ ਝੁਕਾਏ ਐ ਸਭ ਨੇ। ਨਿਕਟ ਬਿਲੋਕ ਤਿਨਹਿ ਜਗ ਤੇਸਾ। ਜਗਤ ਦੇ ਮਾਲਕ ਗੁਰੂ ਸਾਹਿਬ ਜੀ ਇਹਨਾਂ ਨੂੰ ਕੋਲ ਬੈਠਿਆਂ ਹੋਇਆਂ ਦੇਖ ਕੇ ਦੇਤ ਭਏ ਸ੍ਰੇਸ਼ਟ ਉਪਦੇਸਾ। ਜਿਹੜਾ ਵਾਹਿਗੁਰੂ ਦਾ ਸਤਨਾਮ ਦਾ ਮਹਾਨ ਗਿਆਨ ਦਾ ਉਪਦੇਸ਼ ਹੈ ਉਹ ਦੇਣ ਲੱਗੇ। ਸਤਨਾਮ ਸਿਮਰੋ ਦਿਨ ਰਾਤੀ। ਐ ਵੀ ਭਾਈ ਦਿਨ ਹੋਵੇ ਰਾਤ ਹੋਵੇ ਸਤਨਾਮ ਵਾਹਿਗੁਰੂ ਸਿਮਰਿਆ ਕਰੋ, ਯਾਦ ਕਰਿਆ ਕਰੋ। ਸੰਤ ਸੇਵ ਕਰ ਪ੍ਰੀਤ ਸੁਹਾਤੀ। ਜਦੋਂ ਵੀ ਕੋਈ ਸੰਤ ਮਹਾਤਮਾ ਆਉਂਦਾ ਹੈ ਉਹ ਸੰਤਾਂ ਦੀ ਸੇਵਾ ਬੜੀ ਪ੍ਰੀਤੀ ਨਾਲ ਹੀ ਸੋਭਨੀਕ ਕਰਿਆ ਕਰੋ। ਕੂਕਰ ਦ੍ਰਿਸ਼ਟ ਨ ਕਬ ਮਨ ਧਰਨੀ। ਕਦੀ ਵੀ ਮਨ ਵਿੱਚ ਜਿਹੜੀ ਕੁੱਤਿਆਂ ਵਾਲੀ ਨਿਗਾਹ ਉਹ ਨਹੀਂ ਰੱਖਣੀ। ਸ਼ੇਰ ਦ੍ਰਿਸ਼ਟ ਗੁਰਮੁਖ ਹੋਇਆ ਕਰਨੀ। ਗੁਰਮੁਖਾਂ ਦੀ ਜਿਹੜੀ ਹੈ ਨਾ ਕਰਨੀ ਵੀ ਸ਼ੇਰ ਦ੍ਰਿਸ਼ਟੀ ਹੈ, ਉਹ ਸ਼ੇਰ ਦ੍ਰਿਸ਼ਟੀ ਤੁਸਾਂ ਨੇ ਰੱਖਣੀ ਹੈ ਸਭ ਨੇ। ਹਰਖ ਸੋਗ ਦੁਖ ਸੁਖ ਮਹਿ ਤਿਆਗ ਹੋ। ਖੁਸ਼ੀ ਹੋਵੇ ਗਮੀ ਹੈ, ਦੁੱਖ ਹੈ ਸੁੱਖ ਹੈ, ਸਾਰੇ ਛੱਡ ਦਿਓ। ਕਰਹੁ ਭਗਤ ਨਿਸ ਪਾਛਲ ਜਾਗਹੁ। ਪਿਛਲੀ ਰਾਤ
ਪਹਿਰ ਰਾਤ ਰਹਿੰਦਿਆਂ ਜਾ ਕੇ ਤੇ ਵਾਹਿਗੁਰੂ ਦੀ ਭਗਤੀ ਕਰੋ। ਸੁਨ ਕਰ ਬੂਝਨ ਲੱਗੇ ਸੋ ਮਾਨਵ। ਉਹ ਜਿਹੜੇ ਮਨੁੱਖ ਇਕੱਠੇ ਹੋ ਕੇ ਆਏ ਸੀ ਗੁਰੂ ਸਾਹਿਬ ਜੀ ਦੇ ਐਸੇ ਬਚਨ ਸੁਣ ਕੇ ਤੇ ਉਹ ਪੁੱਛਣ ਲੱਗੇ, ਦ੍ਰਿਸ਼ਟ ਸੋ ਕਹੀ ਹਮ ਹੈ, ਦ੍ਰਿਸ਼ਟ ਜੋ ਕਹੀ ਹਮ ਹੈ ਨਹ ਜਾਨਵ। ਕਹਿਣ ਲੱਗੇ ਮਹਾਰਾਜ ਜੀ, ਸੰਤ ਜੀ, ਆ ਜਿਹੜਾ ਤੁਸਾਂ ਨੇ ਕੂਕਰ ਦੀ ਦ੍ਰਿਸ਼ਟੀ ਵੀ ਕੂਕਰ ਵਾਲੀ ਨਿਗਾਹ ਨਹੀਂ ਰੱਖਣੀ ਹੈ, ਛੇ ਦ੍ਰਿਸ਼ਟੀ ਰੱਖਣੀ ਹੈ, ਇਹ ਜੋ ਤੁਸਾਂ ਨੇ ਗੱਲ ਕਹੀ ਹੈ ਅਸੀਂ ਨਹੀਂ ਇਸ ਨੂੰ ਜਾਣਦੇ ਸਮਝਦੇ। ਖੋਲ ਅਰਥ ਇਹ ਭਨੋ ਗੁਸਾਈ। ਸੰਸਾਰ ਦੇ ਮਾਲਕ ਸੰਤ ਜੀ, ਇਹਦੇ ਅਰਥ ਖੋਲ ਕੇ ਸਾਨੂੰ ਸੁਣਾਓ, ਦੱਸੋ ਜੀ। ਤੁਮ ਹੋ ਸੰਤ ਸਭਨ ਸੁਖਦਾਈ। ਕਿਉਂਕਿ ਤੁਸੀਂ ਸਾਧੂ ਸੰਤੋ ਸਾਰਿਆਂ ਨੂੰ ਸੁਖਦਾਈ ਹੋ ਜੀ। ਕਿਰਪਾ ਨਿਧਾਨ ਭਨੀ ਤਬ ਬਾਨੀ। ਇਹਨਾਂ ਦੀ ਗੱਲ ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਜੋ ਕਿਰਪਾ ਦੇ ਖਜ਼ਾਨੇ ਆ ਗੁਰੂ ਨਾਨਕ ਸਾਹਿਬ, ਫਿਰ ਉਹਨਾਂ ਨੇ ਬਚਨ ਕਿਹਾ, ਦ੍ਰਿਸ਼ਟ ਕੂਕਰੀ ਲਿਹੋ ਪਛਾਨੀ। ਇਹ ਸੁਣੋ, ਜਿਹੜੀ ਆ ਕੁੱਤਿਆਂ ਵਾਲੀ ਨਿਗਾਹ ਹੈ ਇਹ ਤੁਸੀਂ ਆਪ ਪਛਾਣ ਲਓ ਜੋ ਦੱਸਦੇ ਹਾਂ। ਦੁਖ ਸੁਖ ਮੁਝ ਕੋ ਮਾਨਵ ਦੇਹੀ। ਕਿ ਜਦੋਂ ਜੀਵ ਨੂੰ ਦੁੱਖ ਆਉਂਦਾ ਹੈ, ਸੁੱਖ ਆਉਂਦਾ ਹੈ, ਤੇ ਜਿਹੜਾ ਕੂਕਰ ਦ੍ਰਿਸ਼ਟੀ ਵਾਲਾ ਹੁੰਦਾ ਕਹਿੰਦਾ ਵੀ ਇਹ ਮੈਨੂੰ ਮਨੁੱਖੀ ਦੇ ਰਿਹਾ, ਫਲਾਣਾ ਮੈਨੂੰ ਦੁੱਖ ਸੁੱਖ ਦੇ ਰਿਹਾ ਹੈ। ਈਸ਼ਵਰ ਕੀ ਗਤ ਲਖੇ ਨਾ ਕੇਹੀ। ਕਿਸੇ ਤਰ੍ਹਾਂ ਵੀ ਈਸ਼ਵਰ ਦੀ ਜਿਹੜੀ ਗਤ ਹੈ, ਮਿੱਤ ਹੈ, ਮਰਿਆਦਾ ਹੈ, ਅਵਸਥਾ, ਉਹਨੂੰ ਨਹੀਂ ਇਹ ਜਾਣਦਾ, ਕਿਸੇ ਤਰ੍ਹਾਂ ਨਹੀਂ ਜਾਣਦਾ ਵੀ ਇਹ ਜਿਹੜਾ ਦੁੱਖ ਸੁੱਖ ਹੈ ਇਹ ਤੇ ਮੈਨੂੰ ਪਰਮਾਤਮਾ ਦੇ ਰਿਹਾ ਹੈ। ਤੇ ਉਹ ਉਲਟਾ ਕਹਿੰਦਾ ਹੈ ਵੀ ਜਿਹੜਾ ਮੈਨੂੰ ਦੁੱਖ ਸੁੱਖ ਆ ਫਲਾਣਾ ਦੇ ਰਿਹਾ ਹੈ। ਮਾਰਨ ਹਾਰ ਨ ਜਾਣਹਿ ਸਾਨਾ। ਜਿਹੜਾ ਕੁੱਤਾ ਹੁੰਦਾ ਹੈ ਉਹ ਸੋਟੀ ਮਾਰਨ ਵਾਲੇ ਨੂੰ ਕਦੀ ਨਹੀਂ ਜਾਣਦਾ ਸਮਝਦਾ। ਲਸਟਕ ਕੋ ਕਾਟਹਿ ਅਨਜਾਨਾ। ਬੇਸਮਝ ਅਣਜਾਣ ਜਿਹੜਾ ਕੁੱਤਾ ਹੁੰਦਾ ਉਹ ਤੇ ਜਿਹੜੀ ਸੋਟੀ ਹੈ ਨਾ ਲੱਕੜ ਦੀ ਉਹਨੂੰ ਕੱਟਦਾ ਮੂੰਹ 'ਚ ਪਾ ਪਾ ਕੇ। ਜਿਹੜਾ ਮਾਰਨ ਵਾਲਾ ਉਹਨੂੰ ਨਹੀਂ ਜਾਣਦਾ ਵੀ ਮੈਨੂੰ ਮਾਰ ਤੇ ਹੋਰ ਕੋਈ ਰਿਹਾ ਹੈ। ਇਸ ਪ੍ਰਕਾਰ ਕੋ ਜੋ ਨਰ ਹੋਈ। ਇਸ ਤਰ੍ਹਾਂ ਦਾ ਜਿਹੜੇ ਪੁਰਸ਼ ਹੁੰਦੇ ਐ ਮਨਮੁਖ ਸਵਾਨ ਦ੍ਰਿਸ਼ਟ ਹੈ ਸੋਈ। ਭਾਈ ਉਹ ਮਨਮੁਖ ਹੁੰਦੇ ਐ ਤੇ ਉਹਨਾਂ ਦੀ ਕੂਕਰਾਂ ਵਾਲੀ ਕੁੱਤਿਆਂ ਵਾਲੀ ਨਿਗਾਹ ਹੁੰਦੀ ਹੈ ਵੀ ਜਿਵੇਂ ਕੁੱਤੇ ਨੂੰ ਸੋਟੀ ਵੱਜੇ ਤੇ ਉਹ ਸੋਟੀ ਖਾਈ ਜਾਂਦਾ, ਮਾਰਨ ਵਾਲੇ ਨੂੰ ਨਹੀਂ ਪੈਂਦਾ। ਉਹ ਰੋੜਾ ਮਾਰ ਤੇ ਰੋੜੇ ਨੂੰ ਪੈਂਦਾ ਹੈ ਤੇ ਰੋੜੇ ਮਾਰਨ ਵਾਲੇ ਨੂੰ ਨਹੀਂ ਪੈਂਦਾ। ਇਸੇ ਤਰ੍ਹਾਂ ਜਿਹੜਾ ਮਨਮੁਖ ਹੈ ਉਹ ਕੀ ਕਰਦਾ ਵੀ ਦੁੱਖ ਸੁੱਖ ਇਹ ਨਹੀਂ ਜਾਣਦਾ ਵੀ ਮੈਨੂੰ ਪਰਮੇਸ਼ਰ ਦੇ ਰਿਹਾ, ਮੇਰੇ ਕਰਮਾਂ ਅਨੁਸਾਰ ਹੀ ਮੇਰੀ ਇਹ ਕਰਨੀ ਦਾ ਹੀ ਫਲ ਹੈ। ਤੇ ਉਹ ਦੂਸਰਿਆਂ 'ਤੇ ਗੁੱਸਾ ਕਰੀ ਜਾਂਦਾ, ਇਹ ਫਲਾਣਾ ਮੈਨੂੰ ਦੁੱਖ ਦੇ ਰਿਹਾ ਹੈ। ਇਹ ਮਨਮੁਖ ਹੁੰਦੇ ਆ ਤੇ ਕੂਕਰ ਦ੍ਰਿਸ਼ਟੀ ਹੁੰਦੀ ਇਹਨਾਂ ਦੀ। ਇਸ ਪ੍ਰਕਾਰ ਦੁੱਖ ਸੁੱਖ ਬਨ ਆਵੈ। ਇੱਕ ਗੁਰਮੁਖ ਹੈ ਜਿਹੜੇ ਸ਼ੇਰ ਦ੍ਰਿਸ਼ਟੀ ਰੱਖਦੇ ਵੀ ਕਿਸੇ ਪ੍ਰਕਾਰ ਵੀ ਉਹਨਾਂ ਨੂੰ ਦੁੱਖ ਸੁੱਖ ਬਣ ਆਵੇ ਜ਼ਿੰਦਗੀ ਵਿੱਚ। ਪਰਮੇਸ਼ਰ ਤੇ ਸਰਬ ਲਖਾਵੈ। ਉਹ ਸਾਰਾ ਕੁਝ ਹੀ ਪਰਮੇਸ਼ਰ ਵਾਹਿਗੁਰੂ ਤੇ ਜਾਣਦੇ ਵੀ ਕਰਮਾਂ ਅਨੁਸਾਰ ਹੀ ਮੈਨੂੰ ਦੁੱਖ ਸੁੱਖ ਪ੍ਰਾਪਤ ਹੋ ਰਿਹਾ ਹੈ। ਮਾਨੁਖ ਬਪੁਰਾ ਕੌਣ ਵਿਚਾਰਾ। ਇਹ ਜਿਹੜਾ ਮਨੁੱਖ ਵਿਚਾਰਾ ਇਹ ਵੀ ਭਲਾ ਕੌਣ ਹੈ। ਕਰੈ ਕਾਰਜ ਸਭ ਸ੍ਰੀ ਕਰਤਾਰਾ। ਇਹ ਤੇ ਵਾਹਿਗੁਰੂ ਕਰਤਾਰ ਹੀ ਸਾਰੇ ਦੁੱਖ ਸੁੱਖ ਦੇ ਕੰਮ ਕਰਦਾ ਵੀ ਜੇ ਮੈਨੂੰ ਦੁੱਖ ਹੈ ਤੇ ਮੇਰੀ ਕਰਨੀ ਦਾ ਪਿਛਲੇ ਕਰਮਾਂ ਦਾ ਫਲ ਹੈ, ਜੇ ਮੈਨੂੰ ਸੁੱਖ ਹੈ ਤੇ ਵਾਹਿਗੁਰੂ ਨੇ ਮੇਰੇ ਚੰਗੇ ਕਰਮਾਂ ਦਾ ਫਲ ਦਿੱਤਾ ਹੈ। ਉਹ ਇਸ ਤਰ੍ਹਾਂ ਸ਼ੇਰ ਦੀ ਦ੍ਰਿਸ਼ਟੀ ਰੱਖਦਾ ਗੁਰਮੁਖ। ਜਿਉ ਕੇ ਹਰ ਤਾਜ ਸ਼ਸਤਰਨ ਸਾਰੇ। ਸੁਣ ਲਓ ਦ੍ਰਿਸ਼ਟਾਂਤ, ਜਿਵੇਂ ਸ਼ੇਰ ਹੁੰਦਾ ਹੈ ਤੇ ਉਹਨੂੰ ਕੋਈ ਤੀਰ ਮਾਰੇ, ਬੰਦੂਕ ਮਾਰੇ, ਪੱਥਰ ਮਾਰੇ, ਉਹ ਸਾਰੇ ਸ਼ਸਤਰਾਂ ਨੂੰ ਛੱਡ ਕੇ ਤੂਰਨ ਤਕ ਹੈ ਜੇ ਮਾਰਨ ਹਾਰੇ। ਉਹ ਜਿਹੜੇ ਸ਼ਸਤਰ ਮਾਰਦੇ, ਕੋਈ ਗੋਲੀ ਮਾਰੇ, ਤੀਰ ਮਾਰੇ, ਪੱਥਰ ਮਾਰੇ, ਉਹਨਾਂ ਨੂੰ ਤੇ ਤੱਕ ਕੇ ਛੱਡ ਦਿੰਦਾ ਛੇਤੀ ਨਾਲ। ਤੇ ਮਾਰਨ ਵਾਲੇ ਨੂੰ ਬੜੀ ਛੇਤੀ ਤੱਕਦਾ ਵੀ ਇਹ ਜਿਹੜਾ ਮੈਨੂੰ ਬੰਦੂਕ ਮਾਰ ਰਿਹਾ ਬੰਦਾ। ਤਿਉ ਗੁਰਮੁਖ ਪਰਮੇਸ਼ਰ ਦਿਸਤੇ। ਤੇ ਉਹ ਵੇਖਦਾ ਸ਼ੇਰ ਵੀ ਮਾਰਿਆ ਕਿਨੇ ਮੈਨੂੰ, ਫਿਰ ਉਹਨੂੰ ਜਾ ਫੜਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹੈ
ਉਹ ਪਰਮੇਸ਼ਰ ਦੇ ਵੱਲੋਂ ਲਖ ਹੈ ਸੋ ਦੁਖ ਸੁਖ ਅਪਰ ਨਾ ਕਿਸ ਤੇ। ਦੁੱਖ ਸੁੱਖ ਪਰਮੇਸ਼ਰ ਵੱਲੋਂ ਹੀ ਜਾਣਦੇ ਆ, ਕਿਸੇ ਹੋਰ ਤੋਂ ਨਹੀਂ ਉਹ ਜਾਣਦੇ। ਉਹ ਤੇ ਇਹੀ ਕਹਿੰਦੇ ਆ, ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣਾ ਹਾਰੀਏ ਤਿੱਥੇ ਚੰਗੀ ਚੁੱਪ। ਵੀ ਇਹ ਤੇ ਵਾਹਿਗੁਰੂ ਦਾ ਦਿੱਤਾ ਹੋਇਆ ਦੁੱਖ ਸੁੱਖ ਹੈ, ਕੀ ਕਿਸੇ ਨੂੰ ਕਹਿਣਾ ਹੈ, ਕੀ ਕਿਸ ਨੂੰ ਮਾਰਨਾ ਹੈ, ਕੀ ਕਿਸ ਦਾ ਬੁਰਾ ਕਰਨਾ ਹੈ। ਇਹ ਤੇ ਮੇਰੇ ਆਪਣੇ ਕਰਮਾਂ ਦਾ ਫਲ ਹੈ। ਰੋਸ ਨਾ ਕੀਜੇ ਅੰਮ੍ਰਿਤ ਪੀਜੈ। ਉਹ ਤੇ ਪਰਮੇਸ਼ਰ ਦਾ ਹੁਕਮ ਰੂਪੀ ਅੰਮ੍ਰਿਤ ਹੀ ਪੀਂਦੇ ਆ ਗੁਰਮੁਖ। ਸ਼ੇਰ ਦ੍ਰਿਸ਼ਟੀ ਵਾਲੇ ਹੁੰਦੇ ਆ ਗੁਰਮੁਖ। ਦੇਣ ਹਾਰ ਏਕੋ ਕਰਤਾਰਾ। ਇਹ ਜੋ ਦੁੱਖ ਸੁੱਖ ਹੈ ਇਹਨੂੰ ਦੇਣ ਵਾਲਾ ਦੇਖੋ ਪਰਮਾਤਮਾ ਹੀ ਹੈ। ਕਿਉ ਤੁਮ ਲਖੋ ਹੋਏ ਨਿਸਤਾਰਾ। ਇਸੇ ਤਰ੍ਹਾਂ ਵੀ ਤੁਸੀਂ ਗੁਰਮੁਖਾਂ ਵਾਂਗ ਜਾਣੋ ਤੇ ਤੁਹਾਡਾ ਨਿਸਤਾਰਾ ਹੋਏਗਾ, ਮੁਕਤੀ ਹੋਏਗੀ, ਸੁਖ ਪਾਓਗੇ ਤੁਸੀਂ। ਮਨ ਰੋਕਨ ਕੀਜੈ ਅਭਿਆਸਾ। ਬਾਕੀ ਨਾਲ ਹੀ ਜਿਹੜਾ ਮਨ ਦਾ ਰੋਕਣਾ, ਮਨ ਨੂੰ ਰੋਕਣ ਵਾਸਤੇ ਨਾਮ ਦਾ ਅਭਿਆਸ ਕਰੋ ਪੁਨਾ ਪੁਨਾ। ਵਿਸ਼ੈ ਬਾਸ਼ਨਾ ਹੋਏ ਸਭ ਨਾਸਾ। ਜਦੋਂ ਤੁਸੀਂ ਮਨ ਨੂੰ ਰੋਕਣ ਦਾ ਅਭਿਆਸ ਕਰੋਗੇ ਤੇ ਵਿਸ਼ਿਆਂ ਦੀ ਜਿਹੜੀ ਵਾਸ਼ਨਾ ਹੈ ਉਹ ਸਾਰੀ ਨਾਸ ਹੋ ਜਾਏਗੀ। ਕਿਤਕ ਦਿਵਸ ਰਹਿ ਕਰ ਤਿਹ ਥਾਨਾ। ਇਹ ਉਪਦੇਸ਼ ਕਰਕੇ ਕੁਝ ਕੁ ਦਿਨ ਮਹਾਰਾਜ ਇਸ ਰਮਕ ਖੰਡ ਨਾਮੇ ਥਾਂ ਤੇ ਰਹੇ ਹੈ। ਤਿੰਨ ਸੋ ਅਸ ਉਪਦੇਸ਼ ਬਖਾਨਾ। ਤੇ ਉਹਨਾਂ ਸਾਰਿਆਂ ਨੂੰ ਐਸਾ ਉਪਦੇਸ਼ ਕੀਤਾ। ਵਿਦਾ ਹੋਏ ਕੀਨੋ ਪੁਨ ਗਵਨੰ। ਗੁਰੂ ਅੰਗਦ ਦੇਵ ਸਾਹਿਬ ਜੀ ਫਿਰ ਇੱਥੋਂ ਦੇ ਲੋਕਾਂ ਤੋਂ ਵਿਦਾ ਹੋ ਕੇ ਤੇ ਮਹਾਰਾਜ ਜੀ ਨੇ ਅੱਗੇ ਚੱਲਣਾ ਕੀਤਾ। ਭੱਦਰ ਖੰਡ ਪਹੁੰਚੇ ਗੁਣ ਭਵਨੰ। ਗੁਣਾ ਦੇ ਘਰ ਗੁਰੂ ਸਾਹਿਬ ਜੀ ਜਿਹੜਾ ਭੱਦਰ ਨਾਮੇ ਖੰਡ ਹੈ ਉੱਥੇ ਜਾ ਪਹੁੰਚੇ। ਤਿਹ ਨ੍ਰਿਪ ਸੁਨਿਓ ਸੰਤਪੁਰ ਆਏ। ਇੱਥੋਂ ਦਾ ਜਿਹੜਾ ਰਾਜਾ ਸੀ ਉਹ ਰਾਜੇ ਨੇ ਸੁਣਿਆ ਵੀ ਮੇਰੇ ਪੁਰੀ ਸ਼ਹਿਰ ਦੇ ਵਿੱਚ ਸੰਤ ਆਏ ਮਹਾਨ। ਮਿਲਿਓ ਆਨ ਕਰ ਸੀਸ ਝੁਕਾਏ। ਤੇ ਉਹ ਆਪਣਾ ਸੀਸ ਝੁਕਾ ਕੇ ਗੁਰੂ ਸਾਹਿਬ ਜੀ ਨੂੰ ਆਣ ਮਿਲਿਆ। ਬੰਦ ਹਾਥ ਦਾ ਬੈਠ ਸਮੀਪਾ। ਦੋਵੇਂ ਹੱਥ ਹੀ ਆਪਣੇ ਜੋੜ ਕਰਕੇ ਮੱਥਾ ਟੇਕ ਕਰਕੇ ਤੇ ਗੁਰੂ ਸਾਹਿਬ ਦੇ ਪਾਸ ਹੀ ਬੈਠ ਗਿਆ ਰਾਜਾ। ਬੋਲਿਓ ਕੌਲ ਨਾਭ ਅਵਨੀਪਾ। ਰਾਜੇ ਦਾ ਨਾਮ ਕੌਲ ਨਾਭ ਸੀ ਤੇ ਉਹ ਰਾਜਾ ਬੋਲਿਆ, ਆਸ਼ਰਮ ਕਚਾਰ ਲਿਖੇ ਜੋ ਆਹੀ। ਸੰਤ ਜੀ ਮਹਾਤਮਾ ਜੀ ਜਿਹੜੇ 4 ਆਸ਼ਰਮ ਧਰਮ ਗ੍ਰੰਥਾਂ ਵਿੱਚ ਲਿਖੇ ਹੈ, ਸ੍ਰੇਸ਼ਟ ਕੌਣ ਕਹੋ ਇਸ ਮਾਹੀ। ਕਿ ਜਿਹੜੇ 4 ਆਸ਼ਰਮ ਲਿਖੇ ਹੈ ਬ੍ਰਹਮਚਾਰੀ, ਗ੍ਰਹਸਤੀ, ਬਾਣਪ੍ਰਸਤੀ, ਸੰਨਿਆਸੀ, ਇਹਨਾਂ 4 ਵਿੱਚੋਂ ਕਿਹੜਾ ਮਹਾਰਾਜ ਸ੍ਰੇਸ਼ਟ ਹੈ ਆਪ ਦੱਸੋ ਜੀ। ਪੂਰਨ ਸੰਤ ਜਾਣ ਕਰ ਪੁੱਛਾ। ਤੁਸੀਂ ਪੂਰਨ ਸੰਤ ਸਾਧੂ ਐਸੇ ਸੰਤ ਜਾਣ ਕੇ ਮੈਂ ਤੁਹਾਨੂੰ ਪੁੱਛਿਆ ਹੈ। ਕਰਹੁ ਮੁਝੈ ਸੰਸਾ ਤੇ ਛੂਛਾ। ਇਹ ਕਿਰਪਾ ਕਰਕੇ ਮੈਨੂੰ ਸੰਸ਼ੇ ਤੋਂ ਖਾਲੀ ਕਰੋ ਜੀ ਤੇ ਮੈਨੂੰ ਸੰਸ਼ੇ ਤੋਂ ਰਹਿਤ ਕਰ ਦਿਓ ਜੀ। ਸੁਨ ਕਰ ਬੋਲੇ ਬਚਨ ਕਿਰਪਾਲਾ। ਸੁਣ ਕਰਕੇ ਇਹ ਰਾਜੇ ਤੋਂ ਕੌਲ ਨਾਭ ਤੋਂ ਤੇ ਦਿਆਲੂ ਕਿਰਪਾਲੂ ਗੁਰੂ ਸਾਹਿਬ ਜੀ ਬਚਨ ਬੋਲੇ। ਸਭ ਤੇ ਜਾਨਾ ਗ੍ਰਸਥ ਵਿਸਾਲਾ। ਰਾਜਾ ਵੀ ਇਹ ਜਿਹੜੇ 4 ਆਸ਼ਰਮ ਹੈ ਨਾ ਇਹਨਾਂ ਵਿੱਚੋਂ ਸਾਰਿਆਂ ਤੋਂ ਗ੍ਰਸਥ ਆਸ਼ਰਮ ਮਹਾਨ ਹੈ। ਉਸ ਉਤਪਤ ਕਰਨ ਹਾਰ ਸਭ ਹੀ ਕੋ। ਇਹ ਗ੍ਰਹਸਥ ਆਸ਼ਰਮ ਹੀ ਸਾਰਿਆਂ ਦੀ ਉਤਪਤੀ ਕਰਨ ਵਾਲਾ, ਬ੍ਰਹਮਚਾਰੀਆਂ ਦੀ, ਸੰਨਿਆਸੀਆਂ ਦੀ, ਬਾਣਪ੍ਰਸਤੀਆਂ ਦੀ। ਬਹੁਰੋ ਪਾਲਨ ਕਰ ਹੈ ਨੀਕੋ। ਫਿਰ ਚੰਗੀ ਤਰ੍ਹਾਂ ਉਹ ਬ੍ਰਹਮਚਾਰੀਆਂ ਦਾ, ਬਾਣਪ੍ਰਸਤੀਆਂ ਦਾ, ਸੰਨਿਆਸੀਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਵੀ ਗ੍ਰਹਸਥੀ ਆਸ਼ਰਮ ਕਰਦਾ ਹੈ। ਜਿਉ ਜਲ ਕਮਲਨ ਕੋ ਨਿਪਜਾਈ। ਰਾਜਾ ਜਿਵੇਂ ਜਲ ਪਹਿਲਾਂ ਕਮਲ ਨੂੰ ਪੈਦਾ ਕਰਦਾ ਹੈ, ਬਹੁਰੋ ਪਾਲਨ ਕਰ ਹੈ ਬਨਾਈ। ਫਿਰ ਉਹ ਜਲ ਕਮਲ ਨੂੰ ਬਣਾ ਸਵਾਰ ਕੇ ਉਹਦੀ ਪਾਲਣਾ ਕਰਦਾ ਹੈ, ਉਹਨੂੰ ਹਰਿਆਂ ਭਰਿਆਂ ਰੱਖਦਾ ਹੈ। ਮੂਲ ਬਿਟਪ ਕੋ ਗ੍ਰਹਸਥ ਪਛਾਨਹ। ਇਸ ਕਰਕੇ ਰਾਜਨ ਗ੍ਰਹਸਥ ਧਰਮ ਨੂੰ ਤੂੰ
ਰੁੱਖ ਦਾ ਬ੍ਰਿਛ ਦਾ ਮੋਢੀ ਪਛਾਣ ਲੈ ਸਮਝ ਲਾ। ਆਸ਼ਰਮ ਅਪਰ ਜੇ ਸਾਖਾ ਮਾਨਹ। ਉਹ ਜਿਹੜੇ ਆਸ਼ਰਮ ਹੈ ਬ੍ਰਹਮਚਾਰੀ ਸੰਨਿਆਸੀ ਬਾਣ ਪ੍ਰਸਤੀ ਤੇ ਇਹ ਤੇ ਟਾਣੀਆਂ ਮੰਨ ਲਓ ਇਸ ਬ੍ਰਿਛ ਦੀਆਂ। ਜਾਂ ਕੋ ਲਖੋ ਸਮੁੰਦਰ ਸਮਾਨਾ। ਗ੍ਰਹਿਸਥ ਧਰਮਣੋ ਤੂੰ ਰਾਜਨ ਸਮੁੰਦਰ ਦੀ ਨਿਆਈ ਸਮੁੰਦਰ ਦੇ ਸੁਦਰਸ਼ੀ ਜਾਣ ਲਾ। ਮੁਕਤਾਦਿਕ ਨਿਕਸਤ ਹੈ ਨਾਨਾ। ਜਿਸ ਤਰ੍ਹਾਂ ਸਮੁੰਦਰ ਵਿੱਚੋਂ ਨਾਨਾ ਤਰ੍ਹਾਂ ਦੇ ਮੋਤੀ ਰਤਨ ਹੀਰੇ ਨਿਕਲਦੇ ਹੈ, ਇਸੇ ਤਰ੍ਹਾਂ ਗ੍ਰਹਿਸਥ ਰੂਪੀ ਸਮੁੰਦਰ ਵਿੱਚੋਂ ਮੋਤੀ ਰਤਨ ਹੀਰਿਆਂ ਦੀ ਨਿਆਈ ਬ੍ਰਹਮਚਾਰੀ ਸੰਨਿਆਸੀ ਬਾਣ ਪ੍ਰਸਤੀ ਨਿਕਲਦੇ ਹੈ। ਬ੍ਰਹਮਚਰਜ ਪੁਨ ਬਾਨ ਪ੍ਰਸਤਾ। ਬ੍ਰਹਮਚਰਜ ਯਾਨੀ 25 ਸਾਲ ਤੱਕ ਜਿਹੜੀ ਵਿਦਿਆ ਪੜ੍ਹਨੀ ਹੈ, ਜਤੀ ਸਤੀ ਰਹਿ ਕੇ ਜਾਸਾ ਦੇ ਪੱਕੇ ਰਹਿ ਕੇ ਫਿਰ 25 ਤੋਂ 50 ਸਾਲ ਗ੍ਰਹਿਸਥ ਧਰਮ ਆਸ਼ਰਮ ਅਪਣਾਉਣਾ ਹੈ ਤੇ 50 ਤੋਂ 75 ਬਾਣ ਪ੍ਰਸਤੀ ਭਾਵ ਇਕਾਂਤ ਰਹਿਣਾ ਹੈ ਤੇ ਜਿਹੜਾ 75 ਤੋਂ 100 ਸਾਲ ਤੱਕ ਬਿਲਕੁਲ ਤਿਆਗੀ ਹੋ ਜਾਣਾ, ਨਾ ਕਿਸੇ ਨੂੰ ਕਹਿਣਾ ਨਾ ਬੋਲਣਾ, ਘਰ ਵਿੱਚ ਵਾਹਿਗੁਰੂ ਦੇ ਪਰਾਇਣ ਹੀ ਰਹਿਣਾ। ਆਲ ਸੰਨਿਆਸ ਸਭਨ ਕੋ ਕਰਤਾ। ਬ੍ਰਹਮਚਾਰੀ ਬਾਣ ਪ੍ਰਸਤੀ ਤੇ ਸੰਨਿਆਸੀ ਸਾਰਿਆਂ ਦਾ ਕਰਤਾ ਹੈ ਇਹ ਗ੍ਰਹਿਸਥ ਆਸ਼ਰਮ। ਵੰਡ ਖਾਏ ਅਰ ਦਾਨ ਕਰੇ। ਫਿਰ ਇਹ ਜਿਹੜਾ ਗ੍ਰਹਿਸਥੀ ਹੁੰਦਾ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਦਾ ਹੈ ਤੇ ਉਹਦੇ ਵਿੱਚੋਂ ਦਸਵੰਧ ਕੱਢ ਕੇ ਦਾਨ ਹੀ ਕਰਦਾ ਹੈ। ਸ਼ੂਸ਼ ਨਾ ਫਿਰੈ ਅਭਿਆਗਤ ਜੇਈ। ਜਿਹੜਾ ਵੀ ਅਤਿਥੀ ਲੋੜਵੰਦ ਸਾਧੂ ਬ੍ਰਗਤੀ ਆ ਜਾਂਦਾ ਤੇ ਉਹ ਗ੍ਰਹਿਸਥੀ ਦੇ ਜਿਹੜਾ ਖਾਲੀ ਵੀ ਨਹੀਂ ਮੁੜਦਾ ਤੇ ਘਰੋਂ ਵਾਪਸ ਵੀ ਨਹੀਂ ਜਾਂਦਾ ਖਾਲੀ ਹੱਥ। ਨੀਰ ਕੂਪ ਜੇ ਨਿਕਸਤ ਨਾਹੀ। ਹੇ ਰਾਜਾ ਜਿਹੜੇ ਜਿਹੜੇ ਗ੍ਰਹਿਸਥੀ ਹੁੰਦੇ ਉਹ ਖੂਹ ਦੀ ਨਿਆਈ ਹੁੰਦੇ ਆ। ਜਿਹੜੇ ਖੂਹ ਵਿੱਚੋਂ ਜਿਹਾ ਜਲ ਨਾ ਨਿਕਲੇ ਖੂਹ ਵਿੱਚੋਂ, ਇਸੇ ਤਰ੍ਹਾਂ ਗ੍ਰਹਿਸਥੀ ਦੇ ਜਿਹੜਾ ਗ੍ਰਹਿਸਥੀ ਖੂਹ ਦੀ ਨਿਆਈ ਹੈ ਦਾਨ ਪੁੰਨ ਨਾ ਕਰੇ। ਠਹਿਰਤ ਗੰਦਾ ਹੋਇ ਤਿਸ ਮਾਹੀ। ਜੇ ਖੂਹ ਵਿੱਚੋਂ ਪਾਣੀ ਨਾ ਨਿਕਲੇ ਤੇ ਉਹ ਪਾਣੀ ਠਹਿਰਿਆ ਰੁਕਿਆ ਹੋਇਆ ਗੰਦਾ ਹੋ ਜਾਂਦਾ ਖੂਹ ਵਿੱਚ। ਇਸੇ ਤਰ੍ਹਾਂ ਜਿਹੜਾ ਗ੍ਰਹਿਸਥੀ ਹੈ ਉਹ ਖੂਹ ਦੀ ਨਿਆਈ ਹੈ। ਜੇ ਉਹ ਦਾਨ ਪੁੰਨ ਰੂਪੀ ਉਹਦੇ ਵਿੱਚੋਂ ਪਾਣੀ ਜਲ ਨਾ ਨਿਕਲੇ ਤੇ ਉਹ ਵੀ ਗੰਦਾ ਹੀ ਹੋ ਜਾਂਦਾ ਗ੍ਰਹਿਸਥੀ। ਨਿਕਸਤ ਰਹਿ ਨੀਰ ਜੇ ਤਾਹੂ। ਜੇ ਖੂਹ ਵਿੱਚੋਂ ਪਾਣੀ ਨਿਕਲਦਾ ਰਹੇ, ਗ੍ਰਹਿਸਥ ਰੂਪੀ ਖੂਹ ਵਿੱਚੋਂ ਜਲ ਰੂਪੀ ਜਿਹੜਾ ਦਾਨ ਪੁੰਨ ਨਿਕਲਦਾ ਰਹੇ। ਮధుਰ ਹੋਏ ਜਾਣਹਿ ਸਭ ਕਾਹੂ। ਸਭ ਕੋਈ ਜਾਣਦੇ ਵੀ ਉਹ ਜਿਹੜੇ ਖੂਹ 'ਚ ਜਲ ਨਿਕਲਦਾ ਉਹ ਮਿੱਠਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਗ੍ਰਹਿਸਥੀ ਦੇ ਘਰ ਵਿੱਚੋਂ ਦਾਨ ਪੁੰਨ ਹੁੰਦਾ ਰਹਿੰਦਾ ਹੈ ਉਹ ਸੁਖ ਪਾਉਂਦਾ ਹੈ, ਸੁਖ ਰੂਪੀ ਮਿਠਾਸ ਪ੍ਰਾਪਤ ਕਰਦਾ ਹੈ। ਤਿਉ ਗ੍ਰਹਿਸਥੀ ਕੀ ਰੀਤ ਸਹਾਈ। ਤਿਵੇਂ ਉਹ ਖੂਹ ਦੀ ਨਿਆਈ ਗ੍ਰਹਿਸਥੀ ਦੀ ਜਿਹੜੀ ਰੀਤੀ ਮਰਿਆਦਾ ਉਹ ਵੀ ਸੋਭਨੀਕ ਹੈ ਜੇ ਕਰੇ ਤਾਂ। ਕਰਹਿ ਜੇ ਨਰ ਇਤ ਉਤ ਸੁਖ ਪਾਈ। ਜਿਹੜੇ ਗ੍ਰਹਿਸਥੀ ਦੀ ਰੀਤੀ ਸੋਭਨੀਕ ਇਸ ਤਰ੍ਹਾਂ ਕਰਦੇ ਦਾਨ ਪੁੰਨ ਕਰਦੇ ਹੈ ਉਹ ਫਿਰ ਇੱਥੇ ਉੱਥੇ ਸੁੱਖ ਪਾਉਂਦੇ ਆ। ਉਹਨਾਂ ਨੂੰ ਇਸ ਲੋਕ ਵੀ ਸੁੱਖ ਪਰਲੋਕ ਵੀ ਸੁੱਖ। ਪੁੰਨ ਦਾਨ ਕਾ ਕਰੇ ਸਰੀਰ ਸੋ ਗ੍ਰਹਿਸਥੀ ਗੰਗਾ ਕਾ ਨੀਰ। ਜਿਵੇਂ ਗੁਰੂ ਸਾਹਿਬ ਜੀ ਨੇ ਉਹ ਕਿਹਾ ਸੀ ਬਚਨ ਸਿੱਧਾਨਾਥਾਂ ਨੂੰ ਹੀ ਪੁੱਛਣ 'ਤੇ ਵੀ ਉਹ ਗ੍ਰਹਿਸਥੀ ਹੈ ਜਿਹੜਾ ਇਹੋ ਜਿਹਾ ਗ੍ਰਹਿਸਥੀ ਹੈ ਨਾ ਤੇ ਉਹ ਜਿਵੇਂ ਗੰਗਾ ਦਾ ਜਲ ਬੜਾ ਪਵਿੱਤਰ ਹੈ ਉਹ ਜਲ ਦੇ ਨਿਆਈ ਪਵਿੱਤਰ ਹੈ। ਗ੍ਰਹਿਸਥੀ ਜਿਹੜਾ ਦਾਨ ਪੁੰਨ ਕਰਦਾ ਹੈ ਇੱਥੋਂ ਤੱਕ ਕਿ ਆਪਣੇ ਸਰੀਰ ਦਾ ਵੀ ਪੁੰਨ ਕਰ ਦੇਵੇ, ਦਾਨ ਕਰ ਦੇਵੇ ਜੇ ਲੋੜ ਪੈ ਜਾਵੇ ਤਾਂ। ਤੇ ਗ੍ਰਹਿਸਥੀ ਦੀ ਮਹਾਨਤਾ ਇਵੇਂ ਦੱਸੀ ਗਈ ਹੈ। ਮਹਾਂਪੁਰਸ਼ਾਂ ਕਮਾਈ ਵਾਲੇ ਦੱਸਦੇ ਆ ਵੀ ਗ੍ਰਹਿਸਥੀ ਮਨੁੱਖ ਜਿਹੜਾ ਸਿਮਰਨ ਭਗਤੀ ਕਰਦਾ ਹੈ, ਜੇ ਉਹ 1 ਮਹੀਨਾ ਆਪਣੇ ਘਰ ਵਿੱਚ ਆਪਣੀ ਕਿਰਤ ਕਮਾਈ ਕਰਕੇ ਤੇ ਨਾਲ ਸਿਮਰਨ ਭਗਤੀ ਗੁਰੂ ਦਾ ਸਿਮਰਨ ਵੀ ਕਰੀ ਜਾਂਦਾ ਹੈ ਤੇ ਉਹ ਭਗਤੀ ਕਰੇ 1 ਮਹੀਨਾ, ਉੱਧਰੋਂ ਕੋਈ ਤਪੱਸਵੀ ਸੰਨਿਆਸੀ ਤਿਆਗੀ 1 ਸਾਲ ਕਰੇ ਤੇ ਉਨਾ ਫਲ ਹੈ ਉਹ ਸੰਨਿਆਸੀ ਨੂੰ। ਤੇ ਜੇ ਇੱਧਰ 1 ਦਿਨ ਕਰੇ ਗ੍ਰਹਿਸਥੀ
ਭਗਤੀ ਕਮਾਈ ਸਿਮਰਨ ਵਿੱਚ ਰਹਿੰਦਿਆਂ ਹੋਇਆਂ ਤੇ ਨਾਲ ਕਿਰਤ ਕਮਾਈ ਆਪਣੀ ਕਰੇ। ਉਧਰ ਸੰਨਿਆਸੀ ਮਹੀਨਾ ਕਰੇ ਤੇ ਸੰਨਿਆਸੀ ਨੂੰ ਮਹੀਨਾ ਕਰਨਾ ਪਏਗਾ, ਫਿਰ ਫਲ ਮਿਲੇਗਾ। ਇਧਰ ਗ੍ਰਹਿਸਥੀ ਨੂੰ ਇੱਕ ਦਿਨ ਵਿੱਚ ਹੀ। ਪਰ ਜੇ ਗ੍ਰਹਿਸਥੀ ਉਹ ਗ੍ਰਹਿਸਥੀ ਹੋ ਕੇ ਤੇ ਸਿਮਰਨ ਵੀ ਕਰੇ, ਗੁਰੂ ਦਾ ਨਾਮ ਵੀ ਜਪੇ ਤੇ ਆਪਣੀ ਕਿਰਤ ਕਮਾਈ ਕਰੇ। ਪਰ ਜੇ ਉਹ ਇਕੱਲਾ ਹੀ ਗ੍ਰਹਿਸਥੀ ਐਵੇਂ ਘਰ ਦਾ ਹੀ ਕੰਮ ਧੰਦੇ ਜੇ ਕਰੀ ਜਾਵੇ ਤੇ ਫਿਰ ਉਹ ਫਾਈ ਵੀ ਪੈ ਸਕਦੀ। ਪੁੱਤਰ ਕਲੱਤਰ ਗ੍ਰਹਿਸਥ ਕਾ ਫਾਸਾ, ਹੁਣ ਨਾ ਪਾਈਏ ਰਾਮ ਕੇ ਦਾਸਾ। ਇਹ ਬਿਪਤਾ ਵੀ ਬਣ ਆਉਂਦੀ ਗ੍ਰਹਿਸਥੀ ਨੂੰ। ਫਿਰ ਗ੍ਰਸਤ ਬਿਖੈ ਆਤਮ ਅਭਿਆਸਾ, ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਇਹ ਅਭਿਆਸ ਕਰੇ, ਮੇਰਾ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਸੰਸਾਰ ਕੀ ਹੈ, ਸਤ ਕੀ ਹੈ, ਅਸਤ ਕੀ ਹੈ, ਸਾਰ ਕੀ ਹੈ, ਅਸਾਰ ਕੀ ਹੈ। ਇਹਦਾ ਅਭਿਆਸ ਕਰੇ ਗ੍ਰਹਿਸਥ ਵਿੱਚ ਰਹਿੰਦਿਆਂ। ਕਰਤ ਰਹਿ ਸਿਮਰਹਿ ਸੁਖ ਰਾਸਾ, ਇਹ ਅਭਿਆਸ ਕਰਦਾ ਰਹੇ ਤੇ ਸੁੱਖਾਂ ਦੇ ਖਜ਼ਾਨਾ ਵਾਹਿਗੁਰੂ ਨੂੰ ਸਿਮਰਦਾ ਰਹੇ, ਯਾਦ ਕਰਦਾ ਰਹੇ ਅਠੇ ਪਹਿਰ। ਭਾਉ ਭਗਤ ਕਰ ਕ੍ਰਿਤ ਕੋ ਕਰਹੀ, ਪ੍ਰੇਮਾ ਭਗਤੀ ਕਰੇ ਵਾਹਿਗੁਰੂ ਦੀ ਤੇ ਨਾਲ ਧਰਮ ਦੀ ਕਿਰਤ ਕਰੇ। ਐਵੇਂ ਠੱਗੀਆਂ ਠੋਰੀਆਂ ਹੀ ਨਾ ਕਰਦਾ ਰਹੇ ਗ੍ਰਹਿਸਥੀ ਹੋ ਕੇ। ਤਿਨ ਕੀ ਉਪਮਾ ਕੌਣ ਉਚਰਹੀ, हे ਰਾਜਨ ਉਹਦੀ ਉਪਮਾ ਕੌਣ ਉਚਾਰ ਸਕਦਾ ਐਸੇ ਗ੍ਰਹਿਸਥੀ ਦੀ ਜਿਹੜਾ ਪ੍ਰੇਮਾ ਭਗਤੀ ਕਰੇ ਤੇ ਵਾਹਿਗੁਰੂ ਦਾ ਸਿਮਰਨ ਕਰੇ, ਆਤਮ ਗਿਆਨੀ ਹੋ ਕੇ ਰਹੇ ਗ੍ਰਹਿਸਥ ਜੀਵਨ ਵਿੱਚ। ਉਹਦੀ ਉਪਮਾ ਕੌਣ ਕਰ ਸਕਦਾ ਹੈ। ਤੇ ਆ ਜਿਹੜੇ ਇਹ ਸਮਝ ਲੈਣ ਵੀ ਮੈਂ ਤੇ ਗ੍ਰਹਿਸਥੀ ਹਾਂ, ਟੱਬਰ ਟੀਰ ਪਾਲਦਾ ਹਾਂ, ਮਾਲ ਡੰਗਰ ਸਾਂਭਦਾ, ਇਹੀ ਮੇਰੀ ਭਗਤੀ ਹੈ। ਤੇ ਸਿਮਰਨ ਮੈਨੂੰ ਜ਼ਰੂਰਤ ਕੋਈ ਨਹੀਂ ਹੈ, ਗੁਰੂ ਦੀ ਸੰਗਤ ਦੀ ਮੈਨੂੰ ਕੋਈ ਜ਼ਰੂਰਤ ਕੋਈ ਨਹੀਂ ਹੈ। ਤੇ ਉਹ ਵੀ ਕੋਈ ਗ੍ਰਹਿਸਥੀ ਕਿਸੇ ਕੰਮ ਨਹੀਂ ਹੈ। ਉਹ ਜਿਹੜਾ ਇਹੋ ਜਿਹਾ ਗ੍ਰਹਿਸਥੀ ਰਹਿੰਦਾ ਉਹ ਵੀ ਕਲੰਕਿਤ ਜਿਹਾ ਹੀ ਹੋ ਜਾਂਦਾ ਹੈ। ਫਿਰ ਪੜ ਬੇਲ ਸੰਗ ਖਰਬੂਜਾ ਜੋਈ, ਹੇ ਰਾਜਾ ਜਿਸ ਤਰ੍ਹਾਂ ਬੇਲ ਦੇ ਨਾਲ ਖਰਬੂਜਾ ਲੱਗਾ ਹੁੰਦਾ ਹੈ, ਹੋਇ ਪਰਪਕ ਮਧੁਰ ਅਤ ਸੋਈ, ਵੈ ਪਰਪੱਕ ਜਦੋਂ ਐ ਪਰਪੱਕ ਪੱਕਾ ਹੋ ਜਾਂਦਾ ਖਰਬੂਜਾ, ਵੇਲ ਨਾਲ ਲੱਗਾ ਬੜਾ ਮਿੱਠਾ ਹੋ ਜਾਂਦਾ ਉਹ ਖਰਬੂਜਾ। ਜੇ ਡਾਲੀ ਤੇ ਤੋਰ ਪਕਾਵੈ, ਜੇ ਕੋਈ ਡਾਲੀ ਤੋਂ ਉਹਦੀ ਵੇਲ ਤੋਂ ਤੋੜ ਕੇ ਤੈਨੂੰ ਪਕਾਵੇ, ਮਧੁਰ ਥੋਰ ਪੁਨ ਦਾਗ ਲਗਾਵੈ, ਫਿਰ ਉਹ ਮਿੱਠਾ ਵੀ ਥੋੜਾ ਹੁੰਦਾ ਤੇ ਦਾਗ ਵੀ ਲੱਗ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਕੋਈ ਗ੍ਰਹਿਸਥੀ ਜਾ ਬਣ ਕੇ ਭੂਏ ਜਾ ਹੋਏ ਰਵੇ ਵੀ ਮੈਨੂੰ ਨਾਮ ਸਿਮਰਨ ਦੀ ਲੋੜ ਨਹੀਂ ਹੈ, ਫਿਰ ਉਹਨੂੰ ਵੀ ਦਾਗ ਜਿਹਾ ਲੱਗ ਜਾਂਦਾ, ਕਲੰਕਿਤ ਹੀ ਹੋ ਜਾਂਦਾ ਹੈ। ਫਿਰ ਪੁੱਤਰ ਕਲੱਤਰ ਗ੍ਰਹਿਸਥ ਕਾ ਫਾਸਾ, ਹੁਣ ਨਾ ਪਾਈਏ ਰਾਮ ਕੇ ਦਾਸਾ। ਫਿਰ ਨਹੀਂ ਉਦਾਸ ਹੋ ਸਕਦਾ ਜਿਹੜਾ ਇਹੋ ਜਿਹਾ ਹੋ ਜਾਵੇ ਗ੍ਰਹਿਸਥੀ। ਸੁਨੇ ਬਚਨ ਹਰ ਖਾਏ ਪਵਾਲਾ, ਹੁਣ ਰਾਜਾ ਜਿਹੜਾ ਗ੍ਰਹਿਸਥੀ ਸੀ ਇਹ ਬਚਨ ਜੇ ਸੁਣ ਕੇ ਬੜਾ ਖੁਸ਼ ਹੋਇਆ। ਬੰਦਨ ਕੀ ਹੋਇਆ ਨਮਰ ਵਿਸਾਲਾ, ਬੜਾ ਨਿਮਰਤਾ ਨਿਮਾਣਾ ਜਾ ਹੋ ਕੇ ਤੇ ਮਹਾਰਾਜ ਨੂੰ ਮੱਥਾ ਟੇਕਣਾ ਕੀਤਾ ਰਾਜੇ ਨੇ। ਕੇਤਕ ਦਿਵਸ ਨਿਜ ਪੁਰ ਮਹਿ ਡੇਰਾ, ਕਿੰਨੇ ਦੇਣੀ ਮਹਾਰਾਜੇ ਰਾਜੇ ਦੇ ਸ਼ਹਿਰ ਵਿੱਚ ਹੀ ਰਹਿ ਕੇ ਡੇਰਾ ਕੀਤਾ। ਰਾਖਿਓ ਕਰ ਕੈ ਭਾਉ ਕਨੇਰਾ, ਰਾਜੇ ਨੇ ਬਹੁਤਾ ਪ੍ਰੇਮ ਕਰਕੇ ਮਹਾਰਾਜ ਨੂੰ ਆਪਣੇ ਘਰ ਵਿੱਚ ਹੀ ਰੱਖਿਆ ਹੈ। ਤਿਹ ਉਪਦੇਸ਼ ਦੀਨ ਜਗਤੇਸਾ, ਉਸ ਰਾਜੇ ਨੂੰ ਜਗਤ ਦੇ ਮਾਲਕ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਸਿਮਰਨ ਲਾਗਿਓ ਕਰਨ ਨਰੇਸਾ, ਸਤਿਨਾਮ ਵਾਹਿਗੁਰੂ ਦਾ ਇਹ ਮਹਾਨ ਉਪਦੇਸ਼ ਦਿੱਤਾ ਜਿਸ ਕਰਕੇ ਰਾਜਾ ਸਤਿਨਾਮ ਵਾਹਿਗੁਰੂ ਦਾ ਹੀ ਸਿਮਰਨ ਕਰਨ ਲੱਗਿਆ। ਕਰਨੀ ਭਗਤ ਤਬ ਹੈ ਪ੍ਰਗਟਾਈ, ਜਿਹੜੀ ਵੀ ਭਾਈ ਭਗਤੀ ਕਰਨੀ ਹੈ ਤੇ ਉਹ ਪ੍ਰਗਟ ਕੀਤੀ ਹੈ। ਗੁਰ ਸਿੱਖੀ ਕੀ ਰੀਤ ਚਲਾਈ, ਗੁਰੂ ਦੀ ਜਿਹੜੀ ਸਿੱਖੀ ਦੀ ਰੀਤੀ ਹੈ ਉਹ ਚਲਾਈ ਹੈ ਸਤਿਗੁਰਾਂ ਨੇ। ਵਿਦਾ ਹੋਏ ਗਮਨੇ ਗੁਣ ਖਾਨੀ, ਕਰਨੀ ਭਗਤ ਵੀ ਰਾਜਾ ਭਗਤ ਕਰਨੀ ਹੈ ਤੇ ਉਸ ਇਲਾਕੇ ਵਿੱਚ ਪ੍ਰਗਟ ਕੀਤੀ ਹੈ ਵਾਹਿਗੁਰੂ ਦੀ ਭਗਤੀ ਕਰਨੀ। ਜਿਹੜੀ ਗੁਰੂ ਦੀ ਸਿੱਖੀ ਦੀ ਰੀਤੀ ਮਰਿਆਦਾ ਉਹ ਸਾਰੇ ਇਲਾਕੇ ਵਿੱਚ ਹੀ ਚਲਾਈ ਹੈ ਗੁਰੂ ਸਾਹਿਬ ਜੀ ਨੇ। ਮਰਦਾਨੇ ਸੋ ਬੋਲੇ ਬਾਨੀ, ਵਿਦਾ ਹੋਏ ਗਮਨੇ ਗੁਣ ਖਾਨੀ। ਵੇਖ ਲਿਆ ਕਰ ਗੁਣਾਂ ਦੀ ਖਾਨ ਜੋ ਗੁਰੂ ਨਾਨਕ ਸਾਹਿਬ ਜੀ ਹੈ। ਫਿਰ ਉੱਥੋਂ ਜਿਹੜਾ ਵਿਦਾ ਹੋਏ
ਮਰਦਾਨੇ ਸੋ ਬੋਲੀ ਬਾਣੀ। ਭਾਈ ਮਰਦਾਨੇ ਨਾਲ ਐਸੀ ਬਾਣੀ ਬਚਨ ਬੋਲੇ। ਅਸ਼ਟ ਖੰਡ ਇਹ ਤੁਝਾ ਦਿਖਾਏ। ਮਰਦਾਨਿਆਂ ਇਹ 8 ਜਿਹੜੇ ਖੰਡ ਹੈ ਨਾ ਉਹ ਤੈਨੂੰ ਅਸਾਂ ਨੇ ਦਿਖਾ ਦਿੱਤੇ ਹੈ। ਨਾਮੇ ਭਾਰਤ ਖੰਡ ਬਣਾ ਨਾਮੇ ਭਾਰਤ ਖੰਡ ਗਿਨਾਏ। ਨੌਵਾਂ ਜੋ ਭਾਰਤ ਖੰਡ ਹੈ ਉਹ ਗਿਣਾਇਆ ਹੈ ਸਤਿਗੁਰੂ ਜੀ ਨੇ। ਇਵੇਂ ਨੌਵਾਂ ਖੰਡ ਵਿੱਚ ਜਿਵੇਂ ਗੁਰੂ ਸਾਹਿਬ ਜੀ ਜਾਣਗੇ ਹੁਣ ਅਤੇ ਉੱਥੋਂ ਦੇ ਜਿਹੜੇ ਹੈ ਉਪਦੇਸ਼ ਕਰਨਗੇ ਉਹ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਹੀ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ। ਵਿਦਾ ਹੋਏ ਗਮਨੇ ਗੁਣ ਖਾਨੀ। ਮਰਦਾਨੇ ਸੋ ਬੋਲੇ ਬਾਣੀ। ਅਸ਼ਟ ਖੰਡ ਇਹ ਤੁਝਾ ਦਿਖਾਏ। ਨਾਮੇ ਭਾਰਤ ਖੰਡ ਗਿਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।